ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੁ ਦਰਸ਼ ਨਾਨਕ ਬਲਿਹਾਰੀ, ਜੀਅੜਾ ਬਲ ਬਲ ਕੀਨਾ। ਸੋ ਕਹੁ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਗੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। 12 ਮਾਹ ਮਾਝ ਮਹਿਲਾ ਪੰਜਵਾ। ਘਰ ਚੌਥਾ ਏਕ ਓੰਕਾਰ, ਸਤਿਗੁਰ ਪ੍ਰਸਾਦ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਮਣ ਲੱਗਿਆ, ਕਿਸੈ ਨਾ ਦੇਈ ਬੰਨ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣੈ, ਜੇਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧੰਨ। ਆਪਣ ਲੀਆ ਜੇ ਮਿਲੈ, ਵਿਛੁੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ
सजे हुए दीवाना विच जुड़ बैठे गुरु प्यारे साध संगत जीओ, अज जेठ महीने की अरमता का दिहाड़ा है। पावन बचना की इलाही बाणी की विचार का समा है। पावन बाणी 12 विचों अज दे इस पावन हुक्म की शब्द की विचार सरवण करा रहे ने इसे स्थान के हैड ग्रंथी साहिबान सिंह साहब ज्ञानी रणजीत सिंह जी, तिन्हां पासों बड़े प्यार सत्कार नाल इलाही बाणी की विचार सरवण करिए जी। पावन स्थानां की सेवावां चल रही ने। अपने अपने दसंद विचों बेटा माया अर्पण करके सतगुरु पातशाह दीयां खुशियां प्राप्त करिए जी। आओ अगले समय वास्ते सिंह साहब ज्ञानी रणजीत सिंह जी पासों पावन बाणी की विचार सरवण करिए जी। फतेह बुलाओ। वाहिगुरू जी का खालसा, वाहिगुरू जी की फतेह। ओंकार सतनाम करता पुरख निरभउ निर्वैर अकाल मूरत अजूनी सैभं गुर प्रसाद बेशुमार अथाह अगणित अतुल्य ज्यों बुलावो त्यों नानक दास बोले। गुरु सवारे खालसा जी। वाहिगुरु जी का खालसा, वाहिगुरु जी की फतेह। आप जी बड़ भागे हो जो 8वें पातशाह बाला प्रीतम सतगुरु जिस डिठ सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु की बाणी दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी
ਸਤਨਾਮ ਵਾਹਿਗੁਰੂ ਜੀ। ਅੱਜ ਜੋ ਸ਼ਬਦ ਦਾ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਹਰਵਿੰਦਰ ਸਿੰਘ ਹੋਰਾਂ ਕੋਲੋਂ ਸਰਵਣ ਕੀਤਾ ਹੈ, ਇਹ ਲੜੀਵਾਰ ਕਥਾ ਨੂੰ ਵਿਰਾਮ ਦੇ ਕੇ ਹਰ ਮਹੀਨੇ ਦੀ ਤਰ੍ਹਾਂ ਜਦੋਂ ਸੰਗਰਾਂਦ ਦਾ ਦਿਨ ਆਉਂਦਾ ਹੈ, ਅਸੀਂ ਮਾਝ ਰਾਗ ਦੇ ਵਿੱਚੋਂ ਜੋ 12 ਮਾਹਾਂ ਬਾਣੀ ਹੈ, ਜਿਸ ਦਾ ਉਚਾਰਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਦੇ ਹਾਂ। ਸੋ ਅੱਜ ਵੀ ਜੋ ਲੜੀਵਾਰ ਕਥਾ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ, ਉਸ ਨੂੰ ਵਿਰਾਮ ਦੇ ਕੇ ਜੋ ਅੱਜ ਜੇਠ ਦਾ ਮਹੀਨਾ ਆਰੰਭ ਹੋਇਆ ਹੈ, ਉਸ ਪ੍ਰਥਾਏ ਗੁਰੂ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ 135 ਅੰਗ ਤੇ ਦਰਜ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਅਸੀਂ ਘਰਾਂ ਵਿੱਚ, ਪਰਿਵਾਰ ਵਿੱਚ ਜਾਂ ਕਿਸੇ ਨੌਕਰੀ ਦੇ ਅਦਾਰੇ ਵਿੱਚ ਇੱਕ ਗੱਲ ਜ਼ਰੂਰ ਸੁਣਦੇ ਹਾਂ, ਇਹ ਸਾਡੇ ਘਰ ਦਾ ਬੱਚਾ ਬੜਾ ਸਿੰਸੀਅਰ ਹੈ, ਇਹ ਸਾਡੀ ਕੰਪਨੀ ਦਾ ਜਿਹੜਾ ਮੁਲਾਜ਼ਮ ਹੈ ਇਹ ਬੜਾ ਸਿੰਸੀਅਰ ਹੈ। ਕਿ ਬਾਕੀ ਸਿੰਸੀਅਰ ਨਹੀਂ ਹੈਗੇ, ਕਿ ਉਹਨਾਂ ਨੂੰ ਕੰਮ ਨਹੀਂ ਆਉਂਦਾ, ਕਿ ਉਹਨਾਂ ਦੀ ਪੜ੍ਹਾਈ ਪੂਰੀ ਨਹੀਂ ਹੈ। नहीं, ऐसा नहीं है। पर वो हमेशा अपनी जिम्मेवारी नहीं समझते। घर विच भी तुसी वेख्या होएगा, जिन्ना हो गया, जिहड़ा रह गया। जिहड़ी चीज़ जिथे पई है ये वो अवस्था है जिन्हों आपां कहने आ कि ये जिम्मेवारी वाली गल नहीं। मैं एक गल बचपन विच सुनी सी, किसी जिमीदार दे खेत विचों खरगोश लंघ गया। असी उन्होंने पिंडां च सहा कहने आ। जिमीदार खेत की वट ते बह गया, जेड़ा आवे भी अमका सिया इत्थे बैठा है, की होया?
ਕਹਿੰਦਾ ਯਾਰ ਗੰਨੇ ਦੇ ਖੇਤ ਚੋਂ ਸਿਹਾ ਲੰਘ ਗਿਆ। ਉਹ ਕਹਿੰਦਾ ਤਾਂ ਕੀ ਹੋਇਆ? ਕਹਿੰਦਾ ਹੋਇਆ ਹੀ ਕੁਝ ਨਹੀਂ, ਗੱਲ ਸਹੇ ਦੀ ਨਹੀਂ ਹੈ, ਗੱਲ ਪੈਸੇ ਦੀ ਹੈ। ਇਹਨੂੰ ਵੇਖ ਕੇ ਜੇ 2-4 ਜਣੇ ਹੋਰ ਲੰਘੇ ਤੇ ਰਸਤਾ ਬਣ ਜਾਏਗਾ। ਅੱਜ ਮੇਰੀ ਕੌਮ ਨੂੰ ਸਿੰਸੀਅਰ ਬੰਦਿਆਂ ਦੀ ਲੋੜ ਹੈ। ਮੈਂ ਨਹੀਂ ਮੰਨਦਾ ਕਿ ਮੇਰੀ ਕੌਮ 'ਚ ਕੋਈ ਗੈਰ ਜ਼ਿੰਮੇਵਾਰ ਲੋਕ ਰਹਿੰਦੇ ਨੇ, ਪਰ ਜ਼ਿੰਮੇਵਾਰੀ ਦੀ ਘਾਟ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਅਸੀਂ ਟਾਈਮ ਪਾਸ ਕਰ ਰਹੇ ਹਾਂ। ਔਰ ਮੈਂ ਇੱਕ ਗੱਲ ਅੱਜ ਇਸ ਸਥਾਨ ਤੋਂ ਕਹਿਣਾ ਚਾਹੁੰਦਾ, ਟਾਈਮ ਨੂੰ ਪਾਸ ਕਰਨ ਵਾਲਿਓ, ਇਸ ਟਾਈਮ ਨੇ ਤੁਹਾਡੇ ਤੋਂ ਪਹਿਲਾਂ ਵੱਡੇ ਵੱਡੇ ਪਾਸ ਕੀਤੇ ਨੇ। ਸਾਡੇ ਵਿੱਚ ਉਹ ਲੋਕ ਬੜੇ ਨੇ ਜਿਹੜੇ ਵਕਤ ਨੂੰ ਧੱਕਾ ਦੇ ਰਹੇ ਨੇ, ਪਰ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਸ ਵਕਤ ਨੇ ਵੱਡੇ ਵੱਡਿਆਂ ਨੂੰ ਧੱਕੇ ਦਿੱਤੇ ਨੇ। ਮੈਂ ਤੈਨੂੰ ਕਾਜੀ ਕਵਾਂ, ਤੂੰ ਮੈਨੂੰ ਮੁੱਲਾ ਕਵੇਂ, ਮੈਂ ਤੁਹਾਨੂੰ ਵੱਡਾ ਕਵਾਂ, ਤੁਸੀਂ ਮੈਨੂੰ ਵੱਡਾ ਕਹੋ। ਇਹ ਘਰ ਚਲਾਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ, ਇਹ ਵਾਕਈ ਟਾਈਮ ਪਾਸ ਹੈ। ਇਹ ਵਾਕਈ ਵਕਤ ਨੂੰ ਧੱਕਾ ਦੇਣ ਵਾਲੀ ਗੱਲ ਹੈ। ਮੈਂ ਤੁਹਾਨੂੰ ਅੱਜ ਆਪਣੀ ਇੱਕ ਨਿੱਜੀ ਗੱਲ ਸੁਣਾਉਣੀ ਚਾਹੁੰਦਾ। ਇਹ ਗੱਲ 1999 ਦੀ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਮੇਰੇ ਘਰ ਮੇਰੀ ਸਿੰਘਣੀ ਦੇ ਬੱਚੇ ਦੀ ਉਮੀਦਵਾਰੀ ਹੋਈ। ਸਮਾਂ ਆ ਗਿਆ ਕਿ ਬੱਚੇ ਦਾ ਜਨਮ ਹੋਣਾ ਹੈ। ਮਹੀਨਾ ਰਹਿ ਗਿਆ ਇੱਕ, 89 ਦੀ ਗੱਲ ਹੈ। ਬੜੀ ਥੋੜੀ ਜੀ ਮੇਰੀ ਤਨਖਾਹ ਸੀ, ਮੇਰੇ ਖਿਆਲ 1100 ਹੋਏਗੀ। ਮੈਂ ਆਪਣੇ ਪਿੰਡ ਗਿਆ ਤੇ ਆਪਣੇ ਪਿੰਡ ਤੋਂ ਆਪਣੀ ਮਾਂ ਨੂੰ ਲੈਣ ਵਾਸਤੇ ਗਿਆ ਤੇ ਮੈਂ ਇੱਕ ਬਿਸਤਰਾ ਵੀ ਹੋਰ ਚੁੱਕਿਆ, ਕਿਉਂਕਿ ਅਸੀਂ ਪਤੀ ਪਤਨੀ ਰਹਿੰਦੇ ਸੀ, 2 ਹੀ ਸਾਡੇ ਕੋਲ ਬਿਸਤਰੇ ਸੀ। 2 ਜਣਿਆਂ ਲਈ ਭਾਂਡੇ ਵੀ ਉਨੇ ਕੀ ਚਾਹੀਦੇ ਸੀ, ਹੁਣ ਭਾਂਡੇ ਵੀ ਹੋਰ ਚੁੱਕੇ। ਮੈਨੂੰ ਯਾਦ ਹੈ ਉਹ ਸਮਾਨ ਮੈਂ ਬੱਸ ਦੀ ਛੱਤ ਤੇ ਰੱਖ ਕੇ ਲਿਆਂਦਾ ਸੀ ਪਿੰਡੋਂ। ਭਾਂਡੇ ਵੀ ਹੋ ਗਏ, ਬਿਸਤਰਾ ਵੀ ਇੱਕ ਹੋ ਗਿਆ। ਜਦੋਂ ਮੈਂ ਆਪਣੀ ਮਾਂ ਨੂੰ ਬੱਸ ਦੇ ਵਿੱਚ ਬਿਠਾਉਣ ਲੱਗਾ, ਬੱਸ ਅੱਡੇ ਤੇ ਆਇਆ, ਅਸੀਂ ਬੱਸ ਚੜ੍ਹਨਾ ਹੈ, ਤੇ ਮੇਰੀ ਸੱਕੀ ਮਾਸੀ ਨੇ, ਜਿਹਨੇ ਮੈਨੂੰ ਮਾਵਾਂ ਵਾਂਗੂ ਪਾਲਿਆ, ਉਹ ਮੈਨੂੰ ਪਰਾਂ ਲੈ ਗਈ। ਮੈਨੂੰ ਕਹਿੰਦੀ ਮੈਂ ਤੈਨੂੰ ਇੱਕ ਗੱਲ ਕਵਾਂ। ਉਹ ਮੇਰੀ ਮਾਂ ਨੂੰ ਭੈਣ ਜੀ ਕਹਿੰਦੀ ਸੀ। ਮੈਨੂੰ ਭੈਣ ਜੀ ਨੇ ਸਹੁੰ ਪਾਈ ਹੈ ਕਿ ਤੂੰ ਦੱਸਣਾ ਨਹੀਂ, ਪਰ ਪੁੱਤ ਮੈਂ ਤੈਨੂੰ ਦੱਸ ਰਹੀ ਹਾਂ ਕਿ ਮੈਨੂੰ ਡਾਕਟਰ ਨੇ ਕਿਹਾ ਹੈ ਕਿ ਤੇਰੀ ਮਾਂ ਨੂੰ ਕੈਂਸਰ ਹੈ। ਤੁਸੀਂ ਵਿਸ਼ਵਾਸ ਕਰੋਗੇ? ਮੈਂ ਬਿਸਤਰਾ ਲੈ ਕੇ, ਭਾਂਡੇ ਲੈ ਕੇ, ਮਾਂ ਨੂੰ ਲੈ ਕੇ, ਅੱਗੋਂ ਇੱਕ ਖੁਸ਼ੀ ਦਾ ਵਕਤ ਹੈ ਕਿ ਮੇਰੇ ਘਰ ਇੱਕ ਨਵਾਂ ਬੱਚਾ ਆਉਣਾ ਹੈ। ਮੈਂ ਉਹਦੇ ਲਈ ਬੱਸ ਚੜ੍ਹਨ ਲੱਗਾ ਤੇ ਮੇਰੇ ਕੰਨ ਵਿੱਚ ਕਹਿ ਦਿੱਤਾ ਗਿਆ ਕਿ ਜਿਹੜੀ ਮਾਂ ਨੂੰ ਲੈ ਕੇ ਚੱਲੇ ਹੈ, ਡਾਕਟਰ ਨੇ ਸ਼ੱਕ ਪਾਇਆ ਹੈ, ਇਹਨੂੰ ਕੈਂਸਰ ਹੈ। ਮੈਂ ਲੁਧਿਆਣੇ ਪਹੁੰਚਿਆ। ਪਤਾ ਨਹੀਂ ਵਾਹਿਗੁਰੂ ਆਪ ਹੀ ਕਰਦਾ ਹੈ, ਉਹਨੇ ਕਰਾਉਣਾ ਹੁੰਦਾ ਹੈ, ਉਹਨੇ
ਸਮਾਂ ਆਪਣੇ ਹਿਸਾਬ ਨਾਲ ਬੱਧਾ ਹੁੰਦਾ ਹੈ। ਮੈਂ ਲੁਧਿਆਣੇ ਤੋਂ ਬੱਸ ਬਦਲਣੀ ਸੀ, ਮੈਂ ਬਦਲ ਨਹੀਂ ਸਕਿਆ, ਮੈਂ ਉੱਥੇ ਰੁਕ ਗਿਆ। ਉੱਥੇ ਸਾਡੇ ਪਿੰਡ ਦੀ ਇੱਕ ਲੜਕੀ ਰਹਿੰਦੀ ਸੀ, ਮੇਰੇ ਤੋਂ ਬਹੁਤ ਵੱਡੀ ਸੀ, ਮੇਰੀ ਮਾਂ ਤੋਂ 10 ਕੁ ਸਾਲ ਛੋਟੀ ਹੋਏਗੀ, 15। ਪਰ ਮੇਰੀ ਮਾਂ ਨੂੰ ਆਪਣੀ ਮਾਂ ਕਹਿੰਦੀ ਸੀ, ਮੈਂ ਉਹਨੂੰ ਆਪਣੀ ਵੱਡੀ ਭੈਣ ਕਹਿੰਦਾ ਸੀ। ਉਹਦਾ ਨਾਂ ਸੀ ਰਾਜ ਰਾਣੀ। ਅਸੀਂ ਉਹਦੇ ਘਰ ਚਲੇ ਗਏ, ਮੈਂ ਮਾਂ ਨੂੰ ਕੁਛ ਨਹੀਂ ਦੱਸਿਆ। ਮੋਹਣ ਦੇਈ ਕੈਂਸਰ ਹਸਪੀਟਲ ਨਵਾਂ ਲੁਧਿਆਣੇ ਵਿੱਚ ਬਣਿਆ ਸੀ। ਉੱਥੇ ਮੇਰੇ ਇੱਕ ਮਿੱਤਰ ਦਾ ਭਰਾ ਡਾਕਟਰ ਸੀ। ਮੈਂ ਸਵੇਰੇ ਆਪਣੀ ਮਾਂ ਨੂੰ ਲੈ ਕੇ ਉੱਥੇ ਚਲਾ ਗਿਆ। ਮੈਂ ਮਾਂ ਨੂੰ ਅਜੇ ਵੀ ਕੁਝ ਨਹੀਂ ਦੱਸਿਆ। ਮੈਂ ਕਿਹਾ ਵੀ ਬੀਬੀ, ਮੈਂ ਨਾ, ਮਾਸੀ ਨੇ ਮੈਨੂੰ ਕਿਹਾ ਵੀ ਚੈੱਕ ਕਰਾਉਣਾ ਹੈ। ਤੇ ਮੇਰੀ ਮਾਂ ਘੜੀ ਕਵੇ, ਪੁੱਤ ਆਪਾਂ ਨਾ ਰੁਕੀਏ, ਆਪਣੇ ਘਰ ਅੱਗੋਂ ਬੱਚੇ ਨੇ ਆਉਣਾ ਹੈ, ਪਤਾ ਨਹੀਂ ਹੁੰਦਾ ਸਮਾਂ ਕਦੋਂ ਕਿਹੋ ਜਿਹਾ ਬਣਦਾ ਹੈ। ਮੈਂ ਕਿਹਾ ਕੋਈ ਨਹੀਂ ਬੀਬੀ, ਆਪਾਂ ਇੱਥੋਂ ਹੁਣ ਡਾਕਟਰ ਨੂੰ ਵਿਖਾ ਕੇ ਤੇ ਬੱਸ ਚੜਾਂਗੇ ਤੇ ਚਲੇ ਜਾਵਾਂਗੇ। ਜਦੋਂ ਡਾਕਟਰ ਕੋਲ ਗਿਆ ਤੇ ਉੱਥੇ CM ਸਿੰਘ ਹਸਪੀਟਲ ਦੇ ਹੈੱਡ ਸੀ, ਕਿਉਂਕਿ ਹਸਪੀਟਲ ਹੀ ਕੈਂਸਰ ਦਾ ਸੀ। ਇਹ ਉਹ ਡਾਕਟਰ ਹੈ ਜਿਹਨੂੰ ਮੁੜ ਕੇ ਸੁਨੀਲ ਦੱਤ ਬੰਬੇ ਲਿਜਾ ਕੇ ਆਪਣੀ ਘਰਵਾਲੀ ਦੇ ਨਰਗਸ ਦੇ ਨਾਂ ਤੇ ਕੈਂਸਰ ਹਸਪੀਟਲ ਬਣਾਉਂਦਾ ਹੈ। ਸਰਦਾਰ ਜੀ ਸੀ। ਮੈਂ ਉਹ ਜਿਹੜਾ ਮੇਰੇ ਮਿੱਤਰ ਦਾ ਭਰਾ ਸੀ ਡਾਕਟਰ, ਉਹ ਮੈਨੂੰ ਉਹਦੇ ਕੋਲ ਲੈ ਗਿਆ, CM ਸਿੰਘ ਕੋਲੇ। ਉਹ ਮੈਨੂੰ ਕਹਿੰਦਾ ਜੀ ਅਸੀਂ ਇਹਦੇ ਚੋਂ ਇੱਕ ਪੀਸ ਲਵਾਂਗੇ, ਇਹਦੀ ਬਾਇਓਪਸੀ ਕਰਾਂਗੇ, ਤੁਹਾਨੂੰ ਅੱਜ ਦਾ ਦਿਨ ਰੁਕਣਾ ਚਾਹੀਦਾ ਹੈ। ਹੁਣ ਮੈਂ ਮਾਂ ਨੂੰ ਕਿਹਾ, ਮਾਂ ਨੇ ਤੇ ਖਲਾਰਾ ਪਾ ਲਿਆ ਵੀ ਕਾਕਾ ਤੂੰ ਆਇਆ ਕਿਹੜੇ ਕੰਮ ਹੈ ਤੇ ਪੈ ਕਿਹੜੇ ਕੰਮ ਗਿਆ ਹੈ ਤੂੰ। ਮੈਂ ਕਿਹਾ ਬੀਬੀ ਟੈਸਟ ਹੀ ਕਰਨਾ ਹੈ। ਟੈਸਟ ਕੀਤਾ, ਉਹਦੇ ਚੋਂ ਸ਼ਿਕਾਇਤ ਨਿਕਲ ਆਈ। ਹੁਣ ਮੈਂ ਉਸ ਡਾਕਟਰ ਨੂੰ ਕਹਿ ਰਿਹਾ ਕਿ ਡਾਕਟਰ ਸਾਹਿਬ 1 ਮਹੀਨੇ ਦਾ ਟਾਈਮ ਦੇ ਦਿਓ, ਮੈਂ ਵਾਪਸ ਆ ਕੇ ਆਪਰੇਸ਼ਨ ਕਰਵਾ ਲੈਣਾ। ਤੁਸੀਂ ਯਕੀਨ ਕਰਨਾ, ਜਿਹੜੀ ਅੱਜ ਮੇਰੀ ਕੌਮ ਦੀ ਹਾਲਤ ਹੈ, ਮੈਂ ਇੱਕ ਗੱਲ ਸਾਰੀ ਕੌਮ ਨੂੰ ਕਹਿਣੀ ਚਾਹੁੰਦਾ ਕਿ ਉਸ ਡਾਕਟਰ ਨੇ ਮੈਨੂੰ ਇੱਕ ਗੱਲ ਕਹੀ, ਕਹਿਣ ਲੱਗਾ ਤੇਰੀ ਮਾਂ ਅਸਲੀ ਹੈ ਕਿ ਨਕਲੀ ਹੈ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਜੇ ਮੈਂ ਝੂਠ ਬੋਲਾਂ ਤੇ ਰੱਬ ਦਾ ਦੇਣਦਾਰ। ਕਹਿੰਦਾ ਸਿਰ ਮੈਨੂੰ ਇੰਨਾ ਦੱਸ ਦੇ ਵੀ ਤੇਰੀ ਮਾਂ ਅਸਲੀ ਹੈ ਕਿ ਨਕਲੀ ਹੈ। ਮੈਂ ਕਿਹਾ ਅਸਲੀ ਹੈ। ਕਹਿੰਦਾ ਫਿਰ ਇਹਦਾ ਕੱਲ੍ਹ ਆਪਰੇਸ਼ਨ ਕਰਾਂਗੇ ਆਪਾਂ, ਇਹ ਮਾਂ ਤੇਰੀ ਨਹੀਂ, ਮਾਂ ਸਾਡੀ ਹੈ। 2100 ਰੁਪਈਆ ਮੇਰੀ ਜੇਬ 'ਚ ਹੈ। ਨਾ ਮੇਰੇ ਘਰਦਿਆਂ ਨੂੰ ਪਤਾ ਹੈ, ਨਾ ਮੇਰੀ ਵਹੁਟੀ ਨੂੰ ਪਤਾ ਹੈ। ਮੋਬਾਈਲ ਤਾਂ ਹੁੰਦੇ ਨਹੀਂ ਸੀ। 89 'ਚ ਕੋਈ ਹਰ ਘਰ ਦੇ ਵਿੱਚ ਟੈਲੀਫੋਨ ਥੋੜ੍ਹਾ ਹੁੰਦਾ ਸੀ, ਕੋਈ ਲੈਂਡਲਾਈਨ ਵੀ ਨਹੀਂ ਸੀ ਹੁੰਦੇ। ਹੁਣ ਮੈਂ ਜਦੋਂ ਮਾਂ ਨੂੰ ਕਿਹਾ ਤੇ ਮਾਂ ਕਹਿੰਦੀ ਵੀ ਮੈਂ ਤੇ ਨਹੀਂ ਕਰਾਉਣਾ। ਮੈਂ ਰੋ ਪਿਆ। ਮੈਂ ਇੱਕੋ ਗੱਲ ਕਹੀ ਮਾਂ ਨੂੰ, ਮੈਂ ਕਿਹਾ ਪਹਿਲਾਂ ਮੇਰਾ ਬਾਪ ਚਲਾ ਗਿਆ, ਅੱਜ ਤੂੰ ਜਿੱਦ ਕਰੇਂਗੀ ਤੂੰ ਵੀ ਚਲੀ ਜਾਏਗੀ। ਚਲੋ ਮੇਰੀ ਮਾਂ ਨੇ ਫਿਰ ਮੈਨੂੰ ਇੱਕ ਕਸਮ, ਮੇਰੀ ਮਾਂ ਨੇ ਫਿਰ ਮੈਨੂੰ ਪਾਈ, ਕਹਿੰਦੀ ਤੂੰ ਪਿੰਡ ਫੋਨ ਤੇ ਨਹੀਂ ਕਰੇਗਾ, ਮੈਂ ਆਪਰੇਸ਼ਨ ਕਰਾ ਲੈਂਦੀ ਹਾਂ। ਮੈਂ ਕਿਹਾ ਨਹੀਂ ਕਰਦਾ। ਮੈਂ ਆਪਰੇਸ਼ਨ ਕਰਵਾ ਲਿਆ। ਮੇਰੀ ਮਾਂ 20 ਸਾਲ ਜਿਉਂਦੀ ਰਹੀ, 20 ਸਾਲ। ਮੈਂ ਅੱਜ ਆਪਣੀ ਕੌਮ ਦੇ ਲੀਡਰਾਂ ਨੂੰ ਕਹਿਣਾ ਚਾਹੁੰਦਾ, ਮੈਨੂੰ ਸਿਰਫ ਇੰਨਾ ਦੱਸ ਦਿਓ ਵੀ ਗੁਰੂ ਗ੍ਰੰਥ ਸਾਹਿਬ ਤੁਹਾਡੀ ਮਾਂ ਹੈਗੀ ਕਿ ਨਹੀਂ ਹੈਗੀ, ਸਿੱਖ ਧਰਮ ਤੁਹਾਡੀ ਮਾਂ ਹੈਗੀ ਕਿ ਨਹੀਂ ਹੈਗੀ। ਜੇ ਤੇ ਮਾਂ ਨਕਲੀ ਹੈ ਤੇ ਇਦਾਂ ਹੀ ਕਰੋ ਜਿੱਦਾਂ ਤੁਸੀਂ ਕਰੀ ਜਾਂਦੇ ਹੋ, ਤੇ ਜੇ ਤੁਹਾਡੀ ਮਾਂ ਅਸਲੀ ਹੈ ਤੇ ਇਦਾਂ ਬਿਲਕੁਲ ਨਾ ਕਰੋ। ਇਹ ਮਰ ਜਾਏਗੀ, ਇਹ 20 ਸਾਲ ਨਹੀਂ ਕੱਢੇਗੀ, ਇਹ ਮਰ ਜਾਏਗੀ।
ਅੱਜ ਮੇਰੀ ਕੌਮ ਕੋਲ ਵੱਡੇ ਵੱਡੇ ਲੀਡਰ ਨੇ, ਪਰ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਚਾਹੁੰਦਾ, ਸੰਸੀਅਰ ਨਹੀਂ ਹੈਗੇ। ਵਕਤ ਨੂੰ ਧੱਕਾ ਦੇ ਰਹੇ ਨੇ, ਟਾਈਮ ਨੂੰ ਪਾਸ ਕਰ ਰਹੇ ਨੇ, ਆਪਣੀ ਆਪਣੀ ਪਦਵੀ ਦਾ ਬਹੁਤ ਫਿਕਰ ਹੈ, ਮਾਣ ਸਨਮਾਨ ਬੜਾ ਵੱਡਾ ਹੈ। ਬਹੁਤ ਵੱਡਾ ਹੈ। ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ। ਹਰ ਬੰਦੇ ਨੇ ਆਪਣੀ ਪੂਛ ਦੇ ਨਾਲ ਛੱਜ ਬੰਨ ਲਿਆ। ਹੁਣ ਖੁੱਡ 'ਚ ਪੂਰੇ ਨਹੀਂ ਆਉਂਦੇ। ਕਦੇ ਇੰਨੇ ਲੀਡਰ ਵੀ ਹੁੰਦੇ ਨੇ ਕਿਸੇ ਕੌਮ ਦੇ। ਹਰ ਕੌਮ ਦਾ ਇੱਕ ਸਰਦਾਰ ਹੁੰਦਾ ਹੈ। ਕੀ ਗੁਰਬਾਣੀ ਦੇ ਪ੍ਰਤੀ ਅਸੀਂ ਸੁਚੇਤ ਹਾਂ ਕਿ ਵਾਕਈ ਗੁਰੂ ਗ੍ਰੰਥ ਸਾਹਿਬ ਗੁਰੂ ਹੈ? ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉੱਤੇ ਵੀ ਕਿੰਤੂ ਪਰੰਤੂ ਹੈ। ਕੋਈ ਕਹਿੰਦਾ ਬਾਣੀ ਹੈਗੀ ਹੈ, ਕੋਈ ਕਹਿੰਦਾ ਜੀ ਹੈ ਹੀ ਨਹੀਂ, ਕੋਈ ਕਹਿੰਦਾ ਜੀ ਆਹ ਲੱਗ ਮਾਤਰ ਵੱਧ ਹੈ, ਕੋਈ ਕਹਿੰਦਾ ਜੀ ਆਹ ਲੱਗ ਮਾਤਰ ਵੱਧ ਹੈ। ਰਹਿੰਦੀ ਖੁੰਦੀ ਗੱਲ ਜਿਹੜੀ ਵਕਤ ਦੇ ਹਕੂਮਤ ਨੇ ਕੀਤੀ ਹੋਈ ਹੈ, ਅੱਜ ਤੁਸੀਂ ਕੋਈ ਗੱਲ ਸ਼ੁਰੂ ਕਰਕੇ ਬਹਿ ਜਾਓ, ਉੱਥੇ ਏਜੰਡਾ ਇੱਕੋ ਹੀ ਹੁੰਦਾ ਹੈ। ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ? ਆਪਣੇ ਵਿਚਾਰ ਪ੍ਰਗਟ ਕਰੋ। ਉਸ ਤੋਂ ਪਹਿਲਾਂ ਇਹ ਤਾਂ ਇਵੇਂ ਹੋ ਗਿਆ ਨਾ ਕਿ ਜਿਵੇਂ ਅਜੇ ਬੱਚਾ ਜੰਮਿਆ ਨਹੀਂ, ਅਜੇ ਬੱਚਾ ਜੰਮਿਆ ਨਹੀਂ, ਅਜੇ ਬੱਚੇ ਦੇ ਜੰਮਣ ਦੀ ਸੰਭਾਵਨਾ ਨਹੀਂ, ਅਜੇ ਤੱਕ ਖਿਆਲ ਹੈ। ਸ਼ਾਦੀ ਤੋਂ ਬਾਅਦ ਇੱਕ ਖਿਆਲ ਹੈ ਕਿ ਘਰ ਬੱਚਾ ਜ਼ਰੂਰ ਪੈਦਾ ਹੋਏਗਾ, ਕਿਉਂਕਿ ਮਾਤਾ ਪਿਤਾ ਦੇ ਰੂਪ ਵਿੱਚ ਜਦੋਂ ਦੰਪਤੀ ਪਤੀ ਪਤਨੀ ਜੀਵਨ ਦਾ ਨਿਰਵਾਹ ਸ਼ੁਰੂ ਕਰਦੇ ਨੇ ਤਾਂ ਮੰਨਿਆ ਜਾ ਸਕਦਾ ਹੈ ਕਿ ਰੱਬ ਇਹਨਾਂ ਦੇ ਘਰ ਕੋਈ ਪੁੱਤਰ ਵੀ ਦੇਵੇਗਾ, ਕੋਈ ਧੀ ਵੀ ਦੇਵੇਗਾ, ਕੋਈ ਬੱਚਾ ਵੀ ਹੋਏਗਾ। ਵਕਤ ਦੇ ਥਫੇੜਿਆਂ ਨੇ, ਭਾਵੇਂ ਨੂੰ 1947 ਕਹਿ ਲਓ ਜਾਂ 47 ਤੋਂ ਪਹਿਲਾਂ ਕਹਿ ਲਓ ਤੇ ਜਾਂ ਉਸ ਤੋਂ ਬਾਅਦ 84 ਤੱਕ ਜੋ ਮਰਜ਼ੀ ਕਹਿ ਲਓ, ਇੱਕ ਗੱਲ ਬਣੀ ਹੋਈ ਹੈ, ਇੱਕ ਖਿਆਲ ਹੈ। ਪਰ ਸੱਚ ਇਹ ਹੈ, ਨੱਥ ਕਢਾਉਣ ਵਾਲੇ ਉਹ ਜਿਨ੍ਹਾਂ ਨੂੰ ਪਾਉਣੀ ਉਹ ਤੇ ਨੱਕ ਵਢਾ ਰਹੇ ਨੇ। ਪੰਜਾਬ ਖਾਲੀ ਹੋ ਰਿਹਾ ਹੈ। ਆਈਲੈਟਸ ਨੂੰ ਡਿਗਰੀ ਮੰਨ ਲਿਆ ਗਿਆ ਹੈ। ਦਿਨ ਰਾਤ ਜਿਵੇਂ ਕਸ਼ਮੀਰੀ ਪੰਡਤ ਕਸ਼ਮੀਰ ਚੋਂ ਨਿਕਲੇ ਸੀ, ਦਿਨ ਰਾਤ ਅਸੀਂ ਪੰਜਾਬ ਚੋਂ ਨਿਕਲ ਰਹੇ ਹਾਂ। ਸਾਡੀ ਗਿਣਤੀ ਘਟ ਰਹੀ ਹੈ। ਜ਼ਮੀਨ ਦਾ ਪਾਣੀ ਡੂੰਘਾ ਹੋ ਰਿਹਾ ਹੈ, ਧਰਤੀ ਬੰਜਰ ਹੋ ਰਹੀ ਹੈ, ਜਵਾਨੀ ਨਸ਼ੈੜੀ ਹੋ ਰਹੀ ਹੈ, ਪਤਤਪੁਣਾ ਇੰਨਾ ਵੱਧ ਗਿਆ ਹੈ। ਵੇਖੋ ਸਿੱਖੀ ਵਾਲੀ ਲਗਨ ਕੋਈ ਨਹੀਂ। ਜਿਹੜੇ ਮੇਰੇ ਹਿਸਾਬ ਨਾਲ 30-35 ਹਜ਼ਾਰ ਨੌਜਵਾਨ ਹੈਗਾ ਜਿਹੜਾ ਬਾਣੇ ਦੇ ਵਿੱਚ ਹੈ, ਪਰ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਸਾਰਿਆਂ ਤੇ ਪਰਚੇ ਹੋ ਜਾਣਗੇ। ਕੁਝ ਹੋ ਗਏ ਨੇ, ਕੁਝ ਹੋ ਜਾਣੇ ਨੇ। ਬਾਕੀ ਤੇ ਟਰੈਕਟਰਾਂ ਤੇ 2-2 ਲੱਖ ਦਾ ਡੀਜੇ ਲਾ ਕੇ ਉਹਦੇ ਟਰੈਕਟਰ ਤੇ ਨੱਚੀ ਜਾਂਦੇ ਨੇ। ਤੁਸੀਂ ਇਹਨਾਂ ਤੋਂ ਕੀ ਸੋਚਦੇ ਵੀ ਆਪਣੇ ਘਰ ਦੀਆਂ ਗੱਲਾਂ ਕਰਨਗੇ? ਹੋਣਹਾਰ ਬਾਰਕ ਕੇ ਚਿਕਨੇ ਚਿਕਨੇ ਪਾਤ। ਤੁਹਾਡੀਆਂ ਅਲਾਮਤਾਂ ਦੱਸਣਗੀਆਂ ਤੁਹਾਨੂੰ, ਤੁਸੀਂ ਕੀ ਕਰ ਸਕਦੇ ਹੋ।
ਅੱਜ ਇੱਥੋਂ ਤੱਕ ਸਾਇੰਸ ਤਰੱਕੀ ਕਰ ਚੁੱਕੀ, ਤੁਸੀਂ ਕਿੰਨਾ ਸੌਂਦੇ ਹੋ, ਕਿੰਨਾ ਖਾਂਦੇ ਹੋ, ਕੀ ਖਾਂਦੇ ਹੋ, ਉਹ ਤੁਹਾਡੀ ਪੂਰੀ ਕਪੈਸਿਟੀ ਦੱਸ ਦੇਣਗੇ ਵੀ ਇਹ ਬੰਦਾ ਕਿੰਨਾ ਕੁਝ ਕੀ ਕਰ ਸਕਦਾ ਹੈ, ਕਿੱਥੋਂ ਤੱਕ ਜਾ ਸਕਦਾ ਹੈ। ਹਿੰਦੁਸਤਾਨ ਦੇ ਕਿਸੇ ਨੇਤਾ ਨੇ, ਐਸ.ਬੀ. ਚੌਹਾਨ ਇੰਡੀਆ ਦਾ ਹੋਮ ਮਿਨਿਸਟਰ ਨਰਸਿਮਹਾ ਰਾਓ ਦੇ ਨਾਲ ਸੀ, ਉਹਨੂੰ ਜਾ ਕੇ ਕਿਸੇ ਨੇ ਕਿਹਾ ਕਿ ਤੂੰ ਸਿੱਖਾਂ ਬਾਰੇ ਜਾਣਦਾ ਨਹੀਂ? ਉਹ ਕਹਿੰਦਾ ਮੇਰੇ ਤੋਂ ਵੱਧ ਕੋਈ ਵੀ ਨਹੀਂ ਜਾਣਦਾ, ਮੇਰੇ ਤੋਂ ਵੱਧ ਕੋਈ ਨਹੀਂ ਜਾਣਦਾ। ਉਹ ਕਹਿੰਦਾ ਉਹ ਕਿਵੇਂ? ਕਹਿਣ ਲੱਗਾ ਮੈਂ ਆਪਣੀ ਭੈਣ ਨੂੰ, ਉਹ ਨੰਦੇੜ ਤੋਂ MP ਸੀ, ਹਜੂਰ ਸਾਹਿਬ ਤੋਂ ਹੋਮ ਮਿਨਿਸਟਰ ਬਣਿਆ ਇੰਡੀਆ ਦਾ। ਕਹਿੰਦਾ ਮੈਂ ਜਦੋਂ ਛੋਟਾ ਸੀ ਮੈਂ ਆਪਣੀ ਭੈਣ ਨੂੰ ਗੱਡੀ ਤੇ ਚੜਾਉਣ ਗਿਆ, ਟ੍ਰੇਨ ਤੇ ਲੇਟ ਹੋ ਗਿਆ, ਟ੍ਰੇਨ ਚੱਲ ਪਈ, ਤੁਰੀ ਤੁਰੀ ਜਾਂਦੀ ਟ੍ਰੇਨ ਦੇ ਇੱਕ ਡੱਬੇ ਵਿੱਚ ਮੈਂ ਆਪਣੀ ਭੈਣ ਨੂੰ ਚੜਾਇਆ ਤੇ ਉਹ ਜਿਹੜਾ ਡੱਬਾ ਸੀ ਉਹਦੇ ਬੂਹੇ ਦੇ ਵਿੱਚ ਇੱਕ ਸਰਦਾਰ ਜੀ ਖਲੋਤੇ ਸੀ, ਸਮਾਨ ਅੰਦਰ ਸੁੱਟਿਆ, ਭੈਣ ਭੱਜ ਕੇ ਚੜੀ ਤਾਂ ਉਹਨੂੰ ਮੈਂ ਇੱਕ ਗੱਲ ਕਹੀ, ਜੀ ਮੇਰੀ ਭੈਣ ਹੈ, ਤੁਸੀਂ ਧਿਆਨ ਰੱਖਿਓ। ਹੁਣ ਉਹ ਜਿਹੜਾ ਸਰਦਾਰ ਸੀ ਉਹਦੀ ਪੂਰੀ ਫੈਮਿਲੀ ਸੀ ਉਸ ਡੱਬੇ 'ਚ। ਕਹਿੰਦਾ ਮੈਂ ਘਰ ਗਿਆ ਤੇ ਮੇਰੇ ਫਾਦਰ ਨੇ ਪੁੱਛਿਆ ਵੀ ਕੁੜੀ ਨੂੰ ਟ੍ਰੇਨ ਮਿਲ ਗਈ, ਸੀਟ ਮਿਲ ਗਈ? ਕਹਿੰਦਾ ਮੈਂ ਦੱਸਿਆ ਵੀ ਦਾਰ ਜੀ ਸੀਟ ਕੀ ਮਿਲਣੀ ਸੀ, ਮੈਂ ਤੇ ਲੇਟ ਹੋ ਗਿਆ। ਕਹਿੰਦੇ ਉਹ ਗੁੱਸਾ ਕਰਨ ਲੱਗ ਗਏ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੱਕ ਸਰਦਾਰ ਜੀ ਨੂੰ ਜਿਹੜਾ ਬੂਹੇ 'ਚ ਖਲੋਤਾ ਸੀ ਗੱਡੀ ਦੇ ਡੱਬੇ ਦੇ, ਉਹਨੂੰ ਸਮਾਨ ਫੜਾਉਂਦੇ ਆ ਕਿਹਾ ਵੀ ਇਹ ਮੇਰੀ ਭੈਣ ਹੈ, ਧਿਆਨ ਰੱਖਿਓ। ਉਹ ਕਹਿਣ ਲੱਗਾ ਫਿਰ ਕੋਈ ਗੱਲ ਨਹੀਂ, ਉਹੀ ਗੱਲ ਹੋਈ। ਕਹਿੰਦਾ ਉਹਨਾਂ ਨੇ ਮੇਰੀ ਭੈਣ ਨੂੰ ਆਪਣੇ ਨਾਲ ਬਿਠਾਇਆ, ਉਹ ਪਹਿਲਾਂ ਹੀ ਸ਼ਾਇਦ ਮੈਂਬਰ ਜ਼ਿਆਦਾ ਸੀ, ਸੀਟਾਂ ਘੱਟ ਸੀ, ਉਹਨਾਂ ਨੇ ਥੱਲੇ ਹੀ ਖੇਸ ਵਿਛਾ ਲਿਆ ਫਰਸ਼ ਤੇ। ਜਿਹੜੀ ਰੋਟੀ ਉਹਨਾਂ ਖਾਧੀ ਮੇਰੀ ਭੈਣ ਨੂੰ ਵੀ ਖਵਾਈ, ਤੇ ਦੇਵਨੇਤ ਜਿੱਥੇ ਮੇਰੀ ਭੈਣ ਨੇ ਜਾਣਾ ਸੀ ਉਹ ਸਰਦਾਰ ਫੈਮਿਲੀ ਨੇ ਵੀ ਉੱਥੇ ਉਤਰਨਾ ਸੀ। ਹੁਣ ਉਹ ਉਤਰੇ, ਮੇਰੀ ਭੈਣ ਵੀ ਉਤਰ ਆਈ, ਉਹਨਾਂ ਸਮਾਨ ਫੜ ਕੇ ਨਾਲ ਲਾ ਲਿਆ। ਕਹਿੰਦੇ ਹੁਣ ਮੇਰੀ ਭੈਣ ਕਹਿੰਦੀ ਹੈ ਵੀ ਮੈਂ ਰਕਸ਼ਾ ਲੈ ਕੇ ਤੇ ਜਾਨੀ ਆ, ਤੇ ਸਰਦਾਰ ਜੀ ਕਹਿੰਦਾ ਨਾ ਕੁੜੀਏ, ਤੇਰਾ ਭਰਾ ਸਾਨੂੰ ਕਹਿ ਕੇ ਗਿਆ ਅਸੀਂ ਤੈਨੂੰ ਛੱਡ ਕੇ ਆਵਾਂਗੇ। ਉਹ ਸਰਦਾਰ ਕਹਿੰਦੇ ਮੇਰੀ ਭੈਣ ਨੂੰ ਪਹਿਲਾਂ ਆਪਣੇ ਘਰ ਲੈ ਕੇ ਗਏ, ਫਿਰ ਉਹਦੇ ਘਰ ਛੱਡ ਕੇ ਆਏ ਸਹੁਰਿਆਂ ਦੇ। ਕਹਿੰਦਾ ਸਾਡੀ ਤੁਸੀਂ ਕੀ ਜਾਣਦੇ ਹੋ ਸਰਦਾਰਾਂ ਬਾਰੇ? ਮੈਂ ਜਾਣਦਾ। ਹੁਣ ਉਹ ਜਿਹੜੇ ਕੰਮ ਗਿਆ, ਜਿਹਨੇ ਜਾ ਕੇ ਉਹਨੂੰ ਥ੍ਰੈਟ ਕੀਤਾ ਵੀ ਤੂੰ ਸਿੱਖਾਂ ਬਾਰੇ ਜਾਣਦਾ ਨਹੀਂ, ਉਹਨੇ ਅੱਗੋਂ ਕਿਹਾ ਵੀ ਮੈਂ ਤਾਂ ਜ਼ਿਆਦਾ ਜਾਣਦਾ। ਮੈਂ ਜਿਨ੍ਹਾਂ ਦੀ ਗੱਲ ਕਰ ਰਿਹਾ ਦੋਵੇਂ ਬੰਦੇ ਅੱਜ ਧਰਤੀ ਤੇ ਹੈਗੇ ਨੇ, ਇੱਕ ਹੋਮ ਮਿਨਿਸਟਰ ਨਹੀਂ ਹੈਗਾ। ਕਹਿੰਦਾ ਮੈਂ ਉਹਨੂੰ ਕਿਹਾ ਵੀ ਉਸ ਬੰਦੇ ਨੂੰ ਛੱਡ ਦਿਓ, ਜੇ ਉਹ ਬੰਦਾ ਬਾਹਰ ਆ ਗਿਆ ਜੇਲ੍ਹ ਤੋਂ, ਤੁਸੀਂ ਬਿਨਾਂ ਕਾਰਨ ਅੰਦਰ ਰੱਖਿਆ, ਉਹ ਕੁਝ ਵੀ ਕਰ ਸਕਦਾ ਹੈ। ਤੇ ਉਹ ਅੱਗੋਂ ਹੋਮ ਮਿਨਿਸਟਰ ਕਹਿੰਦਾ ਵੀ ਇਹ ਕੁਝ ਨਹੀਂ ਕਰ ਸਕਦਾ। ਕਹਿੰਦਾ ਕਿਉਂ? ਕਹਿੰਦਾ ਤੈਨੂੰ ਪਤਾ ਹੈ ਆਪਣੀ ਜ਼ਮਾਨਤ ਤੇ ਕਿੰਨੇ ਪੈਸੇ ਲਾ ਚੁੱਕਾ ਹੈ? ਆਪਣੀ ਜ਼ਮਾਨਤ ਤੇ। ਕਹਿੰਦਾ ਮੈਂ ਕਿਹਾ ਇਹਦੇ 'ਚ ਕੀ ਮਤਲਬ, ਕੀ ਤੁਹਾਡਾ ਮੀਨਿੰਗ ਕੀ ਹੈ? ਕਹਿੰਦਾ ਮੈਂ ਸਿੱਖਾਂ ਦਾ ਇਤਿਹਾਸ ਪੜ੍ਹਿਆ, ਜਦੋਂ ਸਿੱਖ ਜੇਲ੍ਹ ਜਾਂਦੇ ਸੀ ਨਾ, ਮੁੜ ਕੇ ਜ਼ਮਾਨਤ ਨਹੀਂ ਸੀ ਕਰਾਉਂਦੇ ਹੁੰਦੇ, ਸਰਕਾਰ ਲੱਭਦੀ ਸੀ ਵੀ ਕਿਹੜੀ 26 ਜਨਵਰੀ ਨੂੰ ਛੱਡਣੇ ਨੇ, ਕਿਹੜੀ 15 ਅਗਸਤ ਨੂੰ ਛੱਡਣੇ ਨੇ। ਮੈਂ ਉਹ ਸਿੱਖ ਵੇਖੇ ਨੇ ਜਿਹੜੇ ਜ਼ਮਾਨਤਾਂ ਨਹੀਂ ਸੀ ਕਰਾਉਂਦੇ ਹੁੰਦੇ। ਖਾਲਸਾ ਜੀ, ਸਿੱਖੀ ਉਹਨਾਂ ਦੇ ਸਿਰ ਤੇ ਖਲੋਤੀ ਜਿਹੜੇ ਚਰਖੜੀਆਂ ਤੇ ਚੜ੍ਹ ਗਏ, ਜਿਨ੍ਹਾਂ ਨੇ ਬੰਦ ਕਟਾ ਲਏ, ਜਿਨ੍ਹਾਂ ਨੇ ਖੋਪਰੀਆਂ ਲੁਹਾ ਲਈਆਂ,
उस वक्त दे विच मैं कहना भी असी कहने जी मंत माड़े सी, ठीक है, मंत नरैणू माड़ा सी, 5 7 10 15 20 होर मंत माड़े होणगे, पर किसी ने गुरु ग्रंथ साहब जी नूं चैलेंज तो नहीं सी कीता। उत्थे जंगा युद्धां विच भी गुरु ग्रंथ साहब जी नूं नाल लैके चलदे सी, जिथे वक्त मिलदा सी उत्थे पाठ कर लैंदे सी। आपां कित्थे पहुँच गए। मैं फिर बेनती करनी चाहुंदा कि गुरबाणी साडी माँ है, माँ जिन्हां ते सन्मान दिओगे कि नहीं दिओगे बाणी नूं, कि गुरु ग्रंथ साहब साडी माँ है। मैं एक छोटा जिहा बच्चा तुहानूं दस रहा कि जदों डॉक्टर ने मैनूं कहा सी भी तेरी माँ असली है कि नकली है, तो मैं क्या असली है, कहता फिर इहदा कल ऑपरेशन होना चाहिए। मैं अपनी कौम नूं कहना चाहुंदा भी आ जिहड़ा तुसीं रौला पाया इहदा ऑपरेशन हो जाना चाहिए। जे माँ थोड़ी असली है, जे नकली है तो चलन दिओ, आपे कैंसर नाल ही मर जाएगी। फिर नहीं 20 साल कढ़ दी। कित्थे पहुँच गए असी। राज करेगा खालसा ते मुड़ के कित्थे आ गए, लगा मातरां ते, बिंदियां टिप्पियां ते, सिहारियां बिहारियां ते। अजे तो इन्ना ही फैसला नहीं होया भी कच्ची बाणी ते नूं प्रवान करना है कि नहीं करना। कवितावां दे नाल बाजार भर गया, इन्नियां कैसटां आ चुकियां ने। मैं फिर बेनती करनी चाहुंदा, साडे च संसीयर कोई नहीं हैगा। अहुदे वड्डे ने, बंदे छोटे ने। इज्जत नूं बड़ा खतरा है। हर बंदा अपनी इज्जत बचा के लंघण की कोशिश करता है। पुछो तेरी किन्नी क वड्डी इज्जत है, भी किहड़े इज्जत के भुलेखे तुरिया फिरदा है। दीन दुनिया का पातशाह गुरु ग्रंथ साहब है। मैं फिर बेनती करा, बाणी गुरु है, गुरु बाणी है, सारी बाणी च अमृत है। जे तुसी बाणी गुरु ते आ जांदे, अज किसी की फोटो रख के कीर्तन नहीं सी हो सकता। अगलिया ने फोटो का गुरु वखरा बना लिया तो बाणी तुहाडी वखरी बना ली। ये बड़ा वड्डा चैलेंज है दिल्ली दे विच। गुरु जी करके एक फोटो रख ली जाती है तो बाणी का उत्थे कीर्तन हो जाता है, क्योंकि बाणी तो गुरु है नहीं, गुरु तो वो है। ये रस्ता किन्ने दिता है, ये पैसेज किन्ने दे दिता। असी दिता। मतलब सिर नूं पत्थर वजदा जो अगले कहते ने असी तो गुरु जी नूं मानते हैं जी। तो मैं सोचता सी भी गुरु जी का मतलब तो गुरु ग्रंथ साहब ही हो सकता है, क्योंकि बाकी तो कोई संत होएगा, कोई साधु होएगा, कोई ब्रह्म ज्ञानी होएगा, कोई जिवें दूजे मतां दे विच उन्हां दे अनुसार किसी नूं शंकराचार्य कहा जाएगा, किसी नूं जगत गुरु कहा जाएगा। उन्हां दे डेजिग्नेशन वखरे वखरे ने, उन्हां दे टाइटल होर किस्म दे ने। बाणी गुरु है। गुरु केवल ते केवल बाणी है। अपनी जिंदगी च लकीर खिंच लो, जे मां असली है तो। ना शरीर गुरु है, ना तस्वीर गुरु है। अब बाहर जाके दुकाना ते वेखो, तुसी इत्थे वेख लो, किसे गुरुद्वारे दे बाहर जाके वेख लो, धागे दे नाल, रस्सी दे नाल, सेबे नाल फोटोआं टंगियां होईयां ने। भगत जी का एक शब्द है, पखान गढ़ कै मूरत कीनी, दे कै छाती पाओ, जो ये मूरत साची है तो गढ़न हारे खाओ।
ਜਿਹੜੇ ਸੇਬਿਆਂ ਨਾਲ ਫੋਟੋਆਂ ਟੰਗ ਕੇ ਬੈਠੇ ਨੇ, ਫਿਰ ਪਹਿਲਾ ਪਾਪ ਤੇ ਇਹਨਾਂ ਨੂੰ ਲੱਗਣਾ ਚਾਹੀਦਾ, ਕਿਉਂਕਿ ਤੁਸੀਂ ਉਹਨੇ ਦਿੱਤੀ ਨਹੀਂ, ਤੁਸੀਂ ਛਾਤੀ ਨਾਲ ਲਾਈ ਨਹੀਂ। ਦੁਕਾਨਦਾਰ ਨੇ ਤੇ ਟੰਗੀ ਹੋਈ ਸੀ, ਜਿਵੇਂ ਬਾਹਰ ਸਬਜ਼ੀਆਂ ਟੰਗੀਆਂ ਹੁੰਦੀਆਂ ਨੇ, ਦੁਕਾਨਦਾਰ ਨੇ ਕਿਸੇ ਨੇ, ਉਹ ਤੁਹਾਡੇ ਘਰ ਪਹੁੰਚਦੀ ਪਹੁੰਚਦੀ ਭਗਵਾਨ ਹੋ ਜਾਂਦੀ ਹੈ। ਮੈਂ ਫਿਰ ਬੇਨਤੀ ਕਰਾਂ, ਰੋਕ ਲਓ ਇਸ ਨੂੰ। ਬਾਣੀ ਦੇ ਸਤਿਕਾਰ ਦੀ ਗੱਲ ਕਰਦੇ ਕਰਦੇ ਤੁਸੀਂ ਇੰਨੀ ਬਾਣੀ ਲੋਕਾਂ ਦੇ ਘਰੋਂ ਕੱਢ ਦੇਣੀ ਹੈ, ਕਿਉਂਕਿ ਜੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਤੇ ਘਰ ਦੇ ਕਿਸੇ ਨਾ ਕਿਸੇ ਜੀ ਨੂੰ ਸਵੇਰੇ ਉੱਠ ਕੇ ਨਹਾਉਣਾ ਪਵੇਗਾ, ਜਾ ਕੇ ਬਾਬਾ ਜੀ ਦੀ ਸੇਵਾ ਕਰਨੀ ਪੈਗੀ। ਨਾ ਰੋਜ਼ ਬਣਾਉਣਗੇ, ਮਹੀਨੇ ਸੰਗਰਾਂਦ ਕਿਤੇ ਕੜਾਹ ਪ੍ਰਸ਼ਾਦ ਵੀ ਬਣਾਉਣਾ ਪਏਗਾ। ਘਰ ਨਿਆਣੇ ਵੇਖਣਗੇ ਵੀ ਸਾਡਾ ਬਾਪੂ ਜਾਂ ਦਾਦੀ ਜਾਂ ਮਾਂ ਇਹ ਸਵੇਰੇ ਉੱਠ ਕੇ ਨਹਾਉਂਦੇ ਨੇ, ਬਾਬਾ ਜੀ ਦੇ ਕਮਰੇ 'ਚ ਜਾਂਦੇ ਨੇ, ਇੱਦਾਂ ਇਹ ਉਹ ਪ੍ਰਕਾਸ਼ ਕਰਦੇ ਨੇ, ਕੜਾਹ ਪ੍ਰਸ਼ਾਦ ਬਣਾਉਂਦੇ ਨੇ। ਇਹ ਸਾਰੀਆਂ ਗੱਲਾਂ ਤੁਹਾਡੇ ਘਰੋਂ ਨਿਕਲ ਜਾਣੀਆਂ ਨੇ। ਕੁਝ ਉਹ ਕੱਢਣਾ ਚਾਹੁੰਦੇ ਨੇ, ਕੁਝ ਅਸੀਂ ਸ਼ਾਮਲ ਹੋ ਗਏ ਆ। ਕੁਹਾੜੇ ਨੂੰ ਵੇਖ ਕੇ ਦਰਖਤ ਰੋਇਆ ਸੀ ਤੇ ਕੁਹਾੜੇ ਨੇ ਕਿਹਾ ਵੀ ਕਿਉਂ ਡਰ ਗਿਆ ਹੈ? ਕਹਿੰਦਾ ਡਰਿਆ ਨਹੀਂ, ਰੋਇਆ ਇਸ ਕਰਕੇ ਆ ਵੀ ਜਿਹੜਾ ਤੇਰੇ ਵਿੱਚ ਦਸਤਾ ਹੈ ਨਾ, ਉਹ ਮੇਰਾ ਹੈ। ਸ਼ਾਇਦ ਤੂੰ ਇਕੱਲਾ ਆਉਂਦਾ ਤੇ ਤੂੰ ਮੈਨੂੰ ਵੱਢ ਹੀ ਨਹੀਂ ਸਕਦਾ ਸੀ। ਕੁਹਾੜਾ ਉਦੋਂ ਹੀ ਚੱਲਦਾ ਜਦੋਂ ਦਸਤਾ ਦਰਖਤ ਦਾ ਪੈਂਦਾ, ਲੱਕੜ ਦਾ ਪੈਂਦਾ ਹੈ। ਨਾ ਸ਼ਾਮਲ ਹੋਵੋ। ਅੱਜ ਤੁਹਾਨੂੰ ਪਤਾ ਹੈ ਫੋਟੋ ਦਾ ਬਿਜ਼ਨਸ ਕਿੰਨਾ ਹੋ ਚੁੱਕਾ ਹੈ। ਮੈਂ ਪ੍ਰੈਕਟੀਕਲ ਦੱਸ ਰਿਹਾ ਤੁਹਾਨੂੰ। ਅੱਜ ਵੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ 2000, 2500, 3000 ਦੀ ਮੋਖ ਦਿਓਗੇ, ਭੇਟਾ ਦਿਓਗੇ, ਮਿਲ ਜਾਏਗਾ, ਪਰ ਫੋਟੋ ਲੱਖ, 1.5 ਲੱਖ, 2 ਲੱਖ ਤੱਕ ਚਲੀ ਗਈ ਹੈ। ਇਹ ਗੋਲਡ ਪਲੇਟਡ ਹੈ ਜੀ, ਇਹ ਇਸ ਤਰ੍ਹਾਂ ਹੈ ਜੀ, ਇਹ ਉਸ ਤਰ੍ਹਾਂ ਹੈ ਜੀ। ਬਾਹਰਲੇ ਮੁਲਕਾਂ ਵਿੱਚ ਜਾ ਕੇ ਪੁੱਛੋ ਫੋਟੋ ਦਾ ਕਿੰਨਾ ਬਿਜ਼ਨਸ ਹੈ। ਇਹਨਾਂ ਰਮਾਲਿਆਂ ਦਾ ਨਹੀਂ ਹੈਗਾ। ਪਹਿਲਾਂ ਧਰਮ ਦੀ ਦੁਨੀਆ 'ਚ ਰਮਾਲਿਆਂ ਦਾ ਬੜਾ ਬਿਜ਼ਨਸ ਸੀ, ਹੁਣ ਫੋਟੋ ਦਾ ਬਹੁਤ ਵਧੀਆ। ਘਰਦਿਆਂ ਲਈ ਕਿੰਨਾ ਸੌਖਾ ਹੋ ਗਿਆ। ਨਾ ਸਿਰ ਢੱਕਣ ਦੀ ਲੋੜ, ਨਾ ਇਸ਼ਨਾਨ ਕਰਨ ਦੀ ਲੋੜ। ਭਾਵੇਂ ਸਾਰੀ ਰਾਤ ਸ਼ਰਾਬ ਪੀਂਦੇ ਸੌਂ ਜਾਓ, ਸਵੇਰੇ ਜਾਓ ਫੋਟੋ ਅੱਗੇ ਮੱਥਾ ਟੇਕੋ। ਇਹਨੂੰ ਕੀ ਕਹਿੰਦੇ ਨੇ? ਇਹਨੂੰ ਕਹਿੰਦੇ ਨੇ ਕਿ मैं खाने में जाकर शराब भी पीता हूँ, मसीत में जाकर चंदा भी देता हूँ, अल्लाह भी राजी है, शैतान भी राजी है, सारे खुश ने। की सिखा रहे हो तुसी बच्चों भी सवेरे उठ के फोटो नूं मत्था टेकीदा? सब तो पहला फोटोआं तो बाहर आई है। हर घर विच जे गुरु ग्रंथ साहब की सेवा नहीं हो सकती, घट्टो घट्ट महाराज दीयां पोथियां जरूर रखो, महाराज की बाणी के गुटके जरूर रखो। हुण आपां कहने जी टैलीफोन तो पाठ नहीं हो सकता, तो टैलीफोन नूं हथ धो के हथ लाओगे? टैलीफोन नूं हथ धो के लाओगे कि नाले नक चों चूहे कड्ढी जाओगे, नाले पाठ कर लोगे? जिन भै अदब ना बाणी धारा, न जानो सो सिख हमारा। असी किधर तुरे हुए हैं? जे तुसी गुटका लैके बाणी पढ़ोगे, उस वेले तुहाडे सारे मन के हाव भाव बदल जाएंगे। कि पाठ करन लग्या मोबाइल के थले कोई कपड़ा रखोगे? कि पाठ करन लग्या ध्यान करोगे भी मेरे लत्तां पैर गोडे किधर नूं जांदे ने? जदों गुटका फड़ोगे उदों ही ठीक हो जाओगे तुसी, तुहाडे दिमागी सोच ठीक होएगी। बाणी गुरु है, वापस आ जाओ। कोई बाणी दे प्रति किंतु परंतु है। बाकी गल्लां सारियां बाद विच करांगे, पहला सानू अज इस गल नूं निबेड़ लेना चाहिए। इनू ना पेंडिंग करो। साडी असली मां है, नकली मां नहीं है। अज असी खुद करते हैं
ਤੇ ਜਦੋਂ ਕੱਲ ਨੂੰ ਦੁਸ਼ਮਣਾਂ ਨੇ ਕੀਤਾ ਫਿਰ ਕਿੱਧਰ ਨੂੰ ਜਾਓਗੇ। ਮੈਂ ਤੇ ਪਿਛਲੇ ਦਿਨ ਵੀ ਬੇਨਤੀ ਕੀਤੀ ਕਿ ਪੰਡਤ ਕਿਰਪਾ ਰਾਮ ਦੇ ਨਾਂ ਤੇ ਕੁਝ ਬਣਾ ਲਓ, ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ 4 ਬੰਦੇ ਇਕੱਠੇ ਹੋ ਕੇ ਆ ਜਾਣਗੇ ਕਿ ਪੰਡਤ ਕਿਰਪਾ ਰਾਮ ਦਾ ਤੇ ਦਿਮਾਗ ਖਰਾਬ ਸੀਗਾ ਜੀ, ਸਾਡੇ ਧਰਮ ਨੂੰ ਤੇ ਖਤਰਾ ਹੀ ਨਹੀਂ ਸੀਗਾ। ਉਹ ਪੰਡਤ ਕਿਰਪਾ ਰਾਮ ਜਿਹੜਾ ਫਿਰ ਕਿਰਪਾ ਸਿੰਘ ਬਣਿਆ, ਜਿਹਨੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਿੱਤੀ ਹੈ, ਅੱਜ ਸਿੱਖੋ ਤੁਹਾਡੇ ਕੋਲ ਇੱਕ ਵੀ ਯਾਦਗਾਰ ਨਹੀਂ ਹੈਗੀ ਉਹਦੀ। ਨਬੀ ਖਾਂ ਗਣੀ ਖਾਂ ਦੀ ਯਾਦਗਾਰ ਬਣਾਓ, ਕੋਟਲੇ ਵਾਲੇ ਨਿਹੰਗ ਖਾਂ ਦੀ, ਜਦੋਂ ਨਿਹੰਗ ਕਹਿੰਦੇ ਤਾਂ ਆਪਾਂ ਨੂੰ ਨਿਹੰਗ ਸਿੰਘ ਚੇਤੇ ਆਉਂਦੇ ਨੇ, ਉਹਦਾ ਨਾਂ ਨਿਹੰਗ ਖਾਂ ਸੀ, ਮੁਸਲਮਾਨ ਸੀ ਰੋਪੜ ਦਾ। ਸਾਨੂੰ ਮਲੇਰ ਕੋਟਲੇ ਦੇ ਉਸ ਨਵਾਬ ਦੇ ਨਾਂ ਤੇ ਸੰਸਥਾਵਾਂ ਬਣਾ ਦੇਣੀਆਂ ਚਾਹੀਦੀਆਂ। ਜਦੋਂ ਦੁਨੀਆ ਵੇਖੇਗੀ ਤਾਂ ਪੁੱਛਣਗੇ ਵੀ ਇਹ ਸਿੱਖਾਂ ਨੇ ਕਿਉਂ ਬਣਾਈ ਹੈ। ਤੇ ਫਿਰ ਆਪਾਂ ਦੱਸਾਂਗੇ ਵੀ ਇਹ ਉਹ ਨੇ ਜਿਹੜੇ ਸਿੱਖੀ ਨੂੰ ਸਮਰਪਿਤ ਸਨ, ਜਿਨ੍ਹਾਂ ਦਾ ਸਿੱਖੀ ਵਿੱਚ ਸਿਦਕ ਸੀ। ਸਿਦਕ ਇੰਨਾ ਵੱਡਾ ਸੀ ਕਿ ਇਹ ਨਹੀਂ ਵੀ ਇਸ ਸੰਗਰਾਂਦ ਤੇ ਆਏ ਤੇ ਮੁੜ ਕੇ ਅਗਲੀ ਸੰਗਰਾਂਦ ਤੇ ਆਏ। ਪੰਡਤ ਕਿਰਪਾ ਰਾਮ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਇਆ, ਮੁੜ ਕੇ ਨਹੀਂ ਗਿਆ। ਫਿਰ ਉਹਨੇ ਗੁਰੂ ਕਲਗੀਧਰ ਪਿਤਾ ਤੋਂ ਅੰਮ੍ਰਿਤ ਛਕਿਆ, ਫਿਰ ਉਹਨੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਿੱਤੀ। ਪਤਾ ਕਰੋ ਇਹ ਜੰਗ ਕਿਹੜੇ ਸੰਨ ਵਿੱਚ ਹੋਈ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਦੋਂ ਹੋਈ? 1675 ਵਿੱਚ। ਤੇ ਜੰਗ ਕਦੋਂ ਹੋਈ? 1704 ਵਿੱਚ, 1705 ਵਿੱਚ। 75 ਤੋਂ 30 ਸਾਲ ਉਹਨੇ ਸਿੱਖੀ ਆਪਣੇ ਹਿਰਦੇ 'ਚ ਸੰਭਾਲ ਕੇ ਰੱਖੀ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤੇ ਜਿਹੜਾ ਅਸੀਂ ਸ਼ਬਦ ਪੜ੍ਹਦੇ ਆ, ਸਤਿਗੁਰ ਕੈ ਬਲਿਹਾਰੈ, ਤੇ ਗੁਰੂ ਤੋਂ ਆਪਾਂ ਕੁਰਬਾਨ ਕਰ ਦਿੱਤਾ ਵੀ ਗੁਰੂ ਤੂੰ ਮੇਰੀ ਕੌਮ ਬਚਾਈ ਹੈ, ਤੂੰ ਮੇਰੀ ਬਾਹ ਫੜੀ ਹੈ। ਮੈਂ ਕਿਹਾ ਸੀ ਗੁਰੂ ਤੇਗ ਬਹਾਦਰ ਮੇਰਾ ਗੁਰੂ ਹੈ, ਉਹਨੇ ਮੰਨਿਆ ਗੁਰੂ। ਕਿ ਅੱਜ ਉਹਨਾਂ ਦੇ ਨਾਵਾਂ ਦੀ ਕੋਈ ਯਾਦਗਾਰ ਬਣਾਈ ਅਸੀਂ? ਸਾਡੇ ਕੋਲ ਟਾਈਮ ਹੀ ਹੈ ਨਹੀਂ, ਸਾਡੇ ਕੋਲ ਵਕਤ ਨਹੀਂ ਹੈਗਾ, ਫੁਰਸਤ ਨਹੀਂ ਹੈ। ਤਾਂ ਮੈਂ ਇੱਕ ਗੱਲ ਸੁਣੀ ਸੀ, ਵੈਨਕੂਵਰ ਕੈਨੇਡਾ, ਉੱਥੇ ਇੱਕ ਬੜਾ ਹਜ਼ਰਤ ਆਦਮੀ ਇੱਕ ਰੇਡੀਓ ਚਲਾਉਂਦਾ ਸੀ, ਤੋਂ ਬਖਸ਼ਦਾ ਨਹੀਂ ਸੀ ਕਿਸੇ ਨੂੰ। ਤਾਂ ਮੈਂ ਜਦੋਂ ਐਬਸਫੋਰਡ ਗੁਰਦੁਆਰੇ ਕਥਾ ਕਰਦਾ ਸੀ ਤੇ ਉੱਥੇ ਰੇਡੀਓ ਬੜੇ ਚੱਲਦੇ ਨੇ, FM ਬੜਾ ਮਸ਼ਹੂਰ ਹੈ ਉੱਥੋਂ ਦਾ, ਹੁਣ ਤਾਂ ਕਈ ਰੇਡੀਓ ਨੇ ਪੰਜਾਬੀ ਦੇ। ਤਾਂ ਮੈਂ ਆਪਣੇ ਕਮਰੇ ਵਿੱਚ ਉਹ ਰੇਡੀਓ ਲਾਇਆ ਹੋਇਆ ਤੇ ਉਹ ਬੰਦਾ ਬੋਲ ਰਿਹਾ ਹੈ, ਕਿਸੇ ਨੇ ਉਹ ਕਿਤੇ ਕਹਿ ਰਿਹਾ ਹੋਣਾ ਵੀ ਸਾਨੂੰ ਸੈਰ ਕਰਨੀ ਚਾਹੀਦੀ ਹੈ, ਤੇ ਕਿਸੇ ਨੇ ਕਾਲ ਕਰਕੇ ਕਿਹਾ ਵੀ ਸੈਰ ਤੇ ਤਾਂ ਕਰੇ ਬੰਦਾ ਜੇ ਟਾਈਮ ਹੋਵੇ ਤਾਂ। ਤੇ ਉਦੋਂ ਜਿਹੜਾ ਛੋਟਾ ਬੁੱਝ ਸੀ ਨਾ, ਇਹ ਗੱਲ 2006 ਦੀ ਹੈ। ਇੱਕ ਸੀਨੀਅਰ ਬੁਸ਼ ਹੋਇਆ ਰਾਸ਼ਟਰਪਤੀ, ਅੱਜ ਵੀ ਹੈਗਾ, ਇੱਕ ਜੂਨੀਅਰ ਹੋਇਆ, 2 ਪਿਓ ਪੁੱਤ ਰਾਸ਼ਟਰਪਤੀ ਹੋਏ ਨੇ ਅਮਰੀਕਾ ਦੇ, ਅਜੇ ਦੋਵੇਂ ਜਿਉਂਦੇ ਨੇ। ਜਿਹੜਾ ਛੋਟਾ ਸੀ ਉਹ ਆਪਣੇ ਰਾਸ਼ਟਰਪਤੀ ਭਵਨ ਦੇ ਵਿੱਚ, ਉੱਥੇ ਅਮਰੀਕਾ, ਸ਼ਾਇਦ ਉਹਨੂੰ ਵਾਈਟ ਹਾਊਸ ਕਹਿੰਦੇ ਨੇ, ਉਹ ਸਾਈਕਲ ਚਲਾਉਂਦਾ ਡਿੱਗ ਪਿਆ, ਉਹਦੀ ਬਾਂਹ ਟੁੱਟ ਗਈ। ਤੇ ਮੈਂ ਉਹਨੂੰ ਸੁਣ ਰਿਹਾ ਵੀ ਉਹ ਰੇਡੀਓ ਤੇ ਉਹਨੂੰ ਕਹਿ ਰਿਹਾ, ਕਹਿੰਦਾ ਵੀ ਤੂੰ ਅਮਰੀਕਾ ਦੇ ਰਾਸ਼ਟਰਪਤੀ ਨਾਲੋਂ ਵੀ ਬਿਜੀ ਹੈ। ਕਹਿੰਦਾ ਸੁਣਿਆ ਨਹੀਂ ਵੀ ਉਹ ਅਮਰੀਕਾ ਦੇ ਵਿੱਚ ਸਵੇਰੇ ਸਾਈਕਲ ਚਲਾਉਂਦਾ ਡਿੱਗ ਪਿਆ, ਉਹਦੀ ਬਾਂਹ ਟੁੱਟ ਗਈ? ਕਹਿੰਦਾ ਜੀ ਸੁਣਿਆ। ਕਹਿੰਦਾ ਤੂੰ ਤੇ ਉਹਦੇ ਨਾਲ ਵੀ ਬਿਜੀ, ਤੂੰ ਕਹਿੰਦਾ ਸੈਰ ਕਰਨ ਜੋਗਾ ਟਾਈਮ ਹੀ ਹੈ ਨਹੀਂ। ਦੇਖੋ ਜਿਹਨੇ ਸੈਰ ਕਰਨੀ ਉਹਦੇ ਕੋਲ ਟਾਈਮ ਹੈਗਾ।
ਜਦੋਂ ਤੁਸੀਂ ਬਾਕੀ ਕੰਮ ਕਰਦੇ ਹੋ ਤੁਹਾਡੇ ਕੋਲ ਟਾਈਮ ਹੈਗਾ, ਕੌਮ ਦੀ ਵਾਰੀ ਆਉਂਦੀ ਕੋਈ ਟਾਈਮ ਨਹੀਂ ਹੈਗਾ, ਵਕਤ ਨਹੀਂ ਹੈ। ਵਕਤ ਨੂੰ ਧੱਕਾ ਨਾ ਦਿਓ। ਇਸ ਵਕਤ ਨੇ ਬੜੇ ਬੜਿਆਂ ਨੂੰ ਧੱਕੇ ਦਿੱਤੇ ਨੇ। ਟਾਈਮ ਪਾਸ ਨਾ ਕਰੋ। ਇਸ ਟਾਈਮ ਨੇ ਬੜੇ ਬੜੇ ਪਾਸ ਕੀਤੇ ਨੇ, ਕਈ ਚਲੇ ਗਏ। ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਜਿੱਥੇ ਮੈਂ ਬੈਠਾ ਇੱਥੇ ਪਹਿਲਾਂ ਕੋਈ ਹੋਰ ਹੈਡ ਗ੍ਰੰਥੀ ਸੀ, ਉਦੋਂ ਪਹਿਲਾਂ ਕੋਈ ਹੋਰ ਸੀ, ਉਦੋਂ ਪਹਿਲਾਂ ਕੋਈ ਹੋਰ ਸੀ। ਜਿੱਥੇ ਤੁਸੀਂ ਬੈਠੇ ਕਥਾ ਸੁਣ ਰਹੇ ਹੋ ਇੱਥੇ ਪਹਿਲਾਂ ਪ੍ਰੇਮੀ ਹੋਰ ਬੈਠਦੇ ਹੁੰਦੇ ਸੀ, ਉਹਨਾਂ ਤੋਂ ਪਹਿਲਾਂ ਕੋਈ ਹੋਰ ਬੈਠਦੇ ਹੁੰਦੇ ਸੀ, ਉਹਨਾਂ ਤੋਂ ਪਹਿਲਾਂ ਕੋਈ ਹੋਰ ਬੈਠਦੇ ਹੁੰਦੇ ਸੀ। ਸਾਡੇ ਤੋਂ ਬਾਅਦ ਹੋਰ ਬੈਠਣਗੇ। ਗੁਰਦੁਆਰਾ ਤੇ ਖਾਲੀ ਨਹੀਂ ਹੋਣਾ। ਇਹ ਸੰਗਤ ਦੇ ਰੌਣਕਾਂ ਤੇ ਲੱਗੀਆਂ ਰਹਿਣੀਆਂ ਨੇ। ਜੇ ਮੰਨਦੇ ਹੋ ਕਿ ਬਾਣੀ ਗੁਰੂ ਹੈ ਤਾਂ ਫਿਰ ਇਹ ਚੇਤਾ ਰੱਖਣਾ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨਾ। ਫਿਰ ਹਰੀ ਜੇਠ ਤੋਂ ਵੱਡਾ ਕੋਈ ਨਹੀਂ ਹੈ। ਜੇਠ ਮਹੀਨੇ ਦਾ ਨਾਂ ਹੈ। ਜੇਠ ਜਦੋਂ ਸ਼ਬਦ ਬੋਲਦੇ ਆ ਤਾਂ ਜਿਹੜੀ ਸਾਡੀ ਪਰਿਵਾਰਕ ਟ੍ਰੈਡੀਸ਼ਨ ਹੈ ਉਹਦੇ ਵਿੱਚ ਜੇਠ ਪਤੀ ਦੇ ਵੱਡੇ ਭਰਾ ਨੂੰ ਕਹੀਦਾ ਹੈ। ਹੁਣ ਤਾਂ ਦੁੱਖ ਦੀ ਗੱਲ ਇੱਕ ਹੈ ਕਿ ਅਸੀਂ ਆਪਣੇ ਕਲਚਰ ਦਾ ਐਗਰੀਕਲਚਰ ਬਣਾ ਕੇ ਨਾ ਉਹਦਾ ਟੋਕੇ ਦੇ ਵਿੱਚ ਕੁਤਰਾ ਕਤਰਾ ਕਰਕੇ ਤੇ ਉਹ ਡੰਗਰਾਂ ਨੂੰ ਪਾ ਦਿੱਤਾ ਹੈ। ਮੈਂ ਤੇ ਰੋਜ਼ ਕਹਿਣਾ ਵੀ ਭਾਈ ਪੰਜਾਬੀ ਬੋਲੋ। ਹੁਣ ਇੱਥੇ ਕਥਾ ਵਾਲੇ ਵੀ ਅੰਗਰੇਜ਼ੀ ਵਾਲੇ ਆਉਂਦੇ ਨੇ। ਅੰਗਰੇਜ਼ੀ ਉਹਨਾਂ ਨੂੰ ਆਉਂਦੀ ਕੋਈ ਨਹੀਂ, ਉਹ ਵੀ ਪਰਫਾਰਮੈਂਸ ਹੈ, 2-4 ਪੰਕਤੀਆਂ ਲਿਖ ਕੇ ਲੈ ਆਉਂਦੇ ਨੇ। ਉਹ ਇਹ ਤੁਹਾਨੂੰ ਦੱਸਣ ਵਾਸਤੇ ਵੀ ਅਸੀਂ ਪੜ੍ਹੇ ਲਿਖੇ ਆ। ਇਹਦਾ ਮਤਲਬ ਵੀ ਜਿਹੜੇ ਪਹਿਲਾਂ ਗਿਆਨੀ ਹੁੰਦੇ ਸਾਰੇ ਅਨਪੜ੍ਹ ਹੁੰਦੇ ਸੀ, ਨਰਕਾਂ ਨੂੰ ਹੀ ਗਏ ਹੋਣੇ ਨੇ। ਕਿਉਂਕਿ ਜਾ ਕੇ ਹਮਕੋ ਤੁਮਕੋ ਕਰਨਗੇ ਉਹਦੇ ਨਾਲ ਜਾ ਕੇ ਧਰਮ ਰਾਜੇ ਨਾਲ, ਕਿਉਂਕਿ ਉਹਨੂੰ ਅੰਗਰੇਜ਼ੀ ਆਉਣੀ ਨਹੀਂ, ਉਹਨੇ ਹੌਲੀ ਜਿਹੀ ਸਾਈਨ ਕਰ ਦੇਣੇ। ਸਾਡੇ ਇੱਕ ਇੱਦਾਂ ਦਾ ਵੀ ਇੱਕ ਜ਼ਿੰਮੇਵਾਰ ਵਿਅਕਤੀ ਹੋਇਆ। ਉਹਦੇ ਅੱਗੇ ਜਦੋਂ ਕੋਈ ਜਾ ਕੇ ਪੇਪਰ ਅੰਗਰੇਜ਼ੀ ਦਾ ਰੱਖਦਾ ਸੀ ਨਾ, ਉਹਨੇ ਐ ਕਰਕੇ ਤੇ ਸਾਈਨ ਕਰ ਦੇਣੇ। ਮੈਂ ਪੁੱਛਿਆ ਕਿ ਨੂੰ, ਮੈਂ ਕਿ ਇਹ ਕਿਉਂ ਕਰਦਾ? ਕਹਿੰਦਾ ਜੇ ਕਵੇ ਵੀ ਆਹ ਗਲਤ ਹੈ ਜਾਂ ਇਹ ਕੀ ਲਿਖਿਆ ਹੈ ਤੇ ਕਹਿੰਦੇ ਇਹਦੀ ਇੱਜ਼ਤ ਖਤਰੇ 'ਚ ਪੈ ਜਾਊ। ਅਗਲਾ ਕਹੂਗਾ ਸਕੱਤਰ ਤੇ ਬਣ ਗਿਆ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ। ਕਿਉਂਕਿ ਪੜ੍ਹੋਗੇ ਤੇ ਗਲਤੀ ਕੱਢੋਗੇ, ਜੇ ਪੜ੍ਹਨਾ ਆਉਂਦਾ ਨਹੀਂ ਤੇ ਗਲਤੀ ਕੀ ਕੱਢੋਗੇ ਤੁਸੀਂ? ਰੱਬ ਨੂੰ ਜਿਹੜੀ ਹੈ ਭਾਸ਼ਾ ਅੰਗਰੇਜ਼ੀ ਨਹੀਂ ਜੇ ਆਉਂਦੀ, ਉਹ ਭਾਖਿਆ ਭਾਓ ਅਪਾਰ ਸਿਰਫ ਪਿਆਰ ਦੀ ਬੋਲੀ ਸਮਝਦਾ ਹੈ। ਤੇ ਪਿਆਰ ਦੀ ਬੋਲੀ ਤੁਹਾਡੇ ਕੁੱਤੇ ਵੀ ਸਮਝਦੇ ਜੇ, ਤੁਹਾਡੇ ਕਬੂਤਰ ਵੀ ਸਮਝਦੇ ਜੇ, ਤੁਹਾਡੀਆਂ ਗਾਵਾਂ ਤੇ ਮੱਝਾਂ ਵੀ ਸਮਝਦੀਆਂ ਨੇ, ਤੁਹਾਡੇ ਘਰ ਦੀਆਂ ਪਾਲੀਆਂ ਬਿੱਲੀਆਂ ਵੀ ਸਮਝਦੀਆਂ ਨੇ। ਪਿਆਰ ਦੀ ਭਾਸ਼ਾ ਤੁਹਾਡੇ ਆਂਢੀ ਗੁਆਂਢੀ ਵੀ ਸਮਝਦੇ ਨੇ। ਮਾਂ ਬਾਪ ਨੂੰ ਵੀ ਸਮਝ ਆਉਂਦੀ ਹੈ। ਜਿਹੜਾ ਬਾਪ ਬੱਚੇ ਨੂੰ ਮਾਰਦਾ ਤੇ ਜਿਹੜਾ ਬੱਚਾ ਬਾਪ ਤੋਂ ਡਰਦਾ ਹੈ, ਪਰ ਜਦੋਂ ਇੱਕ ਦਿਨ ਬੱਚਾ ਭੱਜ ਕੇ ਪਿਓ ਦੇ ਬਿਸਤਰੇ 'ਚ ਵੜੇ ਨਾ ਤੇ ਸਵੇਰੇ ਉੱਠ ਕੇ ਬਾਪ ਆਪਣੀ ਘਰਵਾਲੀ ਨੂੰ ਪੁੱਛਦਾ ਹੈ, ਬੱਚੇ ਦੀ ਮਾਂ ਨੂੰ, ਵੀ ਆ ਤੇਰਾ ਲਾਡਲਾ ਅੱਜ ਮੇਰੇ ਬਿਸਤਰੇ 'ਚ ਕੀ ਕਰਦਾ ਸੀ? ਤੋ ਕਹਿੰਦੀ ਵੀ ਇਹਨੇ ਪਿਕਨਿਕ ਤੇ ਜਾਣਾ, ਪੈਸੇ ਪੂਸੇ ਮੰਗਦਾ ਹੋਣਾ, ਹੋਰ ਕੀ ਹੈ। ਪਾਪਾ ਕਹਿਣ ਦੀ ਲੋੜ ਨਹੀਂ ਹੈ। ਪਿਓ ਦੇ ਬਿਸਤਰੇ 'ਚ ਵੜ ਜਾਓ, ਆਪੇ ਨਿੱਘ ਆ ਜਾਏਗਾ। ਮੰਮੀ ਮੰਮੀ ਜੀ, ਇੰਨੇ ਵਿਸ਼ੇਸ਼ਣ ਲਾਉਣ ਦੀ ਕੀ ਲੋੜ ਹੈ? ਇੱਕ ਵਾਰੀ ਮਾਂ ਦੇ ਗਲੇ ਨੂੰ ਚੱਬੜ ਕੇ ਤਾਂ ਵੇਖੋ ਤੁਸੀਂ। ਜੇ ਸਾਰਾ ਘਿਓ ਨਾ ਚੂਰੀ ਕੁੱਟਣ ਲੱਗਿਆ ਰੋਟੀ 'ਚ ਪਾ ਦੇ ਤੇ ਮੈਨੂੰ ਕਹਿ ਦਿਓ ਜੇ। ਆਪਾਂ ਕਿੱਥੇ 'ਚ ਪਹੁੰਚ ਗਏ? ਸ਼ਬਦਾਂ ਦਾ ਮੁਹਤਾਜ ਹੈ ਰੱਬ। ਉਹ ਦਿਨ ਦੂਰ ਨਹੀਂ, ਪਹਿਲਾਂ ਅਸੀਂ ਘਰੋਂ ਊੜਾ ਤੇ ਜੂੜਾ ਕੱਢਿਆ ਤੇ ਹੁਣ ਅਸੀਂ ਗੁਰਦੁਆਰੇ ਵੀ ਊੜਾ ਕੱਢਣ ਤੇ ਲੱਗੇ ਹੋਏ ਆ। ਮੈਨੂੰ ਲੱਗਦਾ ਵੀ ਪੰਜਾਬੀ ਬੋਲਣ ਵਾਲੇ ਤੇ ਗੁਰਬਾਣੀ ਪੜ੍ਹਨ ਵਾਲੇ ਗ੍ਰੰਥੀ ਬਾਹਰੋਂ ਇੰਪੋਰਟ ਕਰਾਉਣੇ ਪੈਣਗੇ, ਸਾਨੂੰ ਬਾਹਰੋਂ ਮੰਗਾਉਣੇ ਪੈਣਗੇ। ਸਾਨੂੰ ਰੋਕਣਾ ਚਾਹੀਦਾ ਹੈ, ਨਹੀਂ ਬਣ ਸਕਦੀ। ਬਾਹਰ ਹਿੰਦੀ 'ਚ ਹੁਕਮਨਾਮਾ ਲਿਖਿਆ ਹੈ, ਪੜ੍ਹ ਕੇ ਵੇਖ ਲਓ ਤੁਸੀਂ। ਠੀਕ ਹੈ, ਲਿਖ ਦਿਓ ਜੀ, ਲਿਖ ਦਿਓ, ਲਿਖ ਦਿੱਤਾ ਜੀ।
पर जो उचारण गुरमुखी विच है गुरबाणी का, जो ओदी सेंस है, जो ओदे अर्थ ने, वो दूजी भाषा विच हो ही नहीं सकते। इस करके उत्थे जाके आदि गुरु आदि गुरु हो जाता है। आदि गुरु नूं हिंदी पढ़ोगे तो आदि गुरु बन जाएगा, पढ़ी जाओ, क्योंकि समा पास हो रहा है, करो। पर चेता रखना, समय ने बड़े बड़े पास किए जे। इस भुलेखे च मत पैना भी मैं समा पास कर लिया, नहीं, समय ने तेनू पास करना है, क्योंकि वो किसी होर नूं मौका देगा। फिर अज बाणी ये सानू समझाउंदी है महीना जेठ का। जेठ तो सेंस भाव उहदे अर्थ की ने। तुहाडे दिमाग च किहड़ी गल आउणी चाहीदी है? अपने जेठ वाली। मेरा जेठ भाव मेरे पति का वड्डा भरा। हुण ये शब्द कित्थों लियाओगे? देवर, जेठर, ससुर, सस, ददेस, फुफेस। हुण इहदे लिए एक इनसाइक्लोपीडिया वखरा बना लिओ जे, वखरी डिक्शनरी लिआओ जे। कल एक बच्चा कनेडा तो आया इत्थे मेरे कमरे च। हुण कहना उन्होंने ये चाहिए सी भी मेरी दादी दा पढ़वैया सी। वो कहता दस होए मेरे मामा जी तेरे की लगदे सी। हुण पता की कहता है? वो कहता मेरी दादी दे अच्छा 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 वो जिहड़े वो सी ना, जिहड़ी उन्हां दी वहुटी सी, वो मेरी दादी दी भैण सी। हुण कर लो घिओ नूं भांडा, की कढ़िया उन्हें ते किधर नूं गया ते की बचिया की उत्थे। गल सिर्फ इन्नी सी भी वो मेरे फादर दे मासड़ सन। हुण अपने मासड़ का ही नहीं पता, वो तो अंकल कहते ने। हुण की पता अंकल लगे भी चाचे वाले पासियों है कि मामे वाले पासियों है कि मासड़ वाले पासियों कि फुफड़ वाले पासियों है। जेठ वड्डे नूं कहंदे ने। चौथे पातशाह गुरु रामदास जी का नाम इस करके भाई जेठा सी भी वो घर च वड्डे सी, पहले बच्चे सी। मावां कहंदियां हुंदियां सी मेरे 5 पुत्र ने, ए बच्चा ये मेरा जेठा पुत्र है, ये मेरी जेठी धी वड्डी धी है। सच्चे पातशाह कहंदे ने जेठ का महीना आया है, ये तो अर्थ ये लै लेना कि सब तो वड्डा कौन है? हर जेठ जुड़न दा लोड़ी है, जिस अगे सब निवान, जिहदे अगे सारे मत्था टेकदे ने। अज एक फैसला कर लो कि जेठ तो वही है। पति दे वड्डे भरा नालों भी वड्डा रब जेठ है। रब तो वड्डा कोई जेठ नहीं है। हर जेठ जुड़न दा लोड़ी है, जिस अगे सब निवन, उहदे अगे हाथ जोड़ियो, उहनूं मत्था टेकियो, उहदे अगे अरदास करियो, उहदे कोलों कुछ मंगियो, एवें थां थां ते जाके नक ना रगड़ियो। हर सज्जण दामन लगिया किसी न देई बन। जे रब दा पल्ला फड़ लोगे तो रब कदे किसी नूं आग्या नहीं देवेगा, भावें जमदूत भी क्यों ना होण कि तेरियां मुश्कां बन के हाथ पैर बन के ते तैनूं लैके तुर पैण ना, किसी ना देई बन। तेनूं बन्नण दी आग्या वो किसी नूं नहीं देवेगा। हर सज्जण दामन लगिया। दामन का अर्थ की है? पल्ला। मानक मोती नाम प्रभ उन लगे नाही सन। जिहड़े परमात्मा दे नाम दे मानक मोती ने, आ जिहड़े पैसे तू इकट्ठे करदे चोरी हो सकते हैं। रब दे नाम दे हीरे मोती चोरी नहीं हो सकते। इस करके रंग सबे ना रहने जेते मन भावन। रंग का अर्थ इत्थे कलर नहीं है, नीला काला पीला चिट्टा ये रंग नहीं है। इत्थे रंग का अर्थ है कौतक। आपे हर एक रंग है, आपे बहु रंगी, जो तिस भावे नानका साई गल चंगी। जिन्ने रंग ने रब दे, दुख वाले, सुख वाले, खुशी वाले, गमी वाले, जन्म वाले, ब्याह वाले, मौत वाले, रंग सबे ना रहने जेते मन भावन। ये सब उस परमात्मा दे रंग ने भाई, उहदे कौतक ने।
ਜੋ ਹਰ ਲੋੜ ਹੈ ਸੋ ਕਰੇ ਸੋਈ ਜੀ ਕਰਨ। ਜੋ ਰੱਬ ਚਾਹੇਗਾ ਉਹ ਰੱਬ ਕਰੇਗਾ, ਜੋ ਰੱਬ ਚਾਹੇਗਾ ਸਾਨੂੰ ਕਰਨਾ ਪਵੇਗਾ। ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਆ ਕੇ ਖਲੋ ਕੇ ਕਿਹਾ ਕਿ ਜੇ ਰਾਜ ਦੇहें ਤਾਂ ਕਵਨ ਵਡਾਈ, ਜੇ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ। ਜੇ ਤੂੰ ਮੈਨੂੰ ਠੂਠਾ ਫੜਾ ਕੇ ਕਵੇਂ ਭੀਖ ਮੰਗ ਤੇ ਮੈਨੂੰ ਮੰਗਣੀ ਪੈਣੀ ਹੈ, ਤੇ ਤੇਰਾ ਕੀ ਜਾਣਾ ਹੈ। ਅੱਗੇ ਕਰੋੜਾਂ ਮੰਗਦੇ ਨੇ, ਜੋ ਇੱਕ ਮੰਗਤਾ ਮੈਂ ਹੋ ਜਾਵਾਂਗਾ। ਪਰ ਜੇ ਤੂੰ ਮੈਨੂੰ ਰਾਜ ਦਵੇਂ ਤੇ ਤੈਨੂੰ ਕੀ ਫਰਕ ਪੈਣਾ ਹੈ। ਕਿ ਮੈਂ ਇਕੱਲਾ ਥੋੜਾ ਰਾਜਾ ਹੋਵਾਂਗਾ। ਅੱਜ ਵੇਖੋ ਨਾ, ਕੋਈ ਬੰਦਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਿਆ, ਉਹ ਕਵੇ ਜੀ ਬੜੀ ਵੱਡੀ ਗੱਲ ਹੈ। ਕਿਉਂ? ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੈ ਨਹੀਂ, ਬੰਗਲਾਦੇਸ਼ ਦਾ ਹੈ ਨਹੀਂ, ਨੇਪਾਲ ਦਾ ਹੈ ਨਹੀਂ, ਚੀਨ ਦਾ ਨਹੀਂ ਹੈਗਾ, ਕੈਨੇਡਾ ਦਾ, ਅਮਰੀਕਾ ਦਾ, ਨਿਊਜ਼ੀਲੈਂਡ ਦਾ, ਆਸਟ੍ਰੇਲੀਆ ਦਾ। ਉਹ ਹਜ਼ਾਰਾਂ ਪ੍ਰਧਾਨ ਮੰਤਰੀ ਤੁਰੇ ਫਿਰਦੇ ਨੇ। ਤੂੰ ਇਕੱਲਾ ਥੋੜਾ ਹੈ ਕੋਈ, ਇਹ ਸਾਰੇ ਹੀ ਉਹਦੇ ਨੇ। ਜੇ ਰਾਜ ਦੇहें ਤਾਂ ਕਵਣ ਵਡਾਈ, ਤੂੰ ਮੈਨੂੰ ਰਾਜਾ ਬਣਾ ਦੇਵੇਂ ਤੇ ਮੇਰੇ ਵਰਗੇ ਅੱਗੇ ਕਿੰਨੇ ਕਿੰਨੇ ਰਾਜੇ ਨੇ। ਅੰਬੈਸੀਆਂ ਤੋਂ ਪਤਾ ਕਰ ਲਿਓ, ਕੰਟਰੀਆਂ ਤੋਂ ਪਤਾ ਕਰ ਲਿਓ, ਦੁਨੀਆ ਵਿੱਚ ਕਿੰਨੇ ਕੰਟਰੀ ਨੇ। ਹਰ ਕੰਟਰੀ ਦਾ ਕੋਈ ਨਾ ਕੋਈ ਪ੍ਰਧਾਨ ਮੰਤਰੀ ਹੋਏਗਾ। ਉਹਨਾਂ 'ਚ ਇੱਕ ਮੈਂ ਵੀ ਹੋਵਾਂਗਾ। ਲੱਖਾਂ ਮੰਗਤੇ ਹੋਣਗੇ, ਉਹਨਾਂ 'ਚ ਇੱਕ ਮੰਗਤਾ ਮੈਂ ਵੀ ਹੋਵਾਂਗਾ। ਰੱਬ ਨੂੰ ਕੀ ਫਰਕ ਪੈਂਦਾ। ਰਾਜ ਦੇहें ਤਾਂ ਕਵਣ ਵਡਾਈ, ਭੀਖ ਮੰਗਾਵੇਂ ਤਾਂ ਕਿਆ ਘਟ ਜਾਈ। ਰੱਬ ਨੂੰ ਕੀ ਫਰਕ ਪੈਂਦਾ। ਇਹ ਤਾਂ ਉਹਦੇ ਰੰਗ ਨੇ। ਇਸ ਕਰਕੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ। ਜਿਨ੍ਹਾਂ ਨੂੰ ਆਪਣੇ ਬਣਾਉਂਦਾ ਹੈ, ਤੇ ਆਪਣੇ ਕਿਹੜੇ ਨੇ? ਜਿਹੜੇ ਉਹਦੇ ਗੁਣ ਗਾਉਂਦੇ ਨੇ, ਜਿਹੜੇ ਉਹਦੀ ਸਿਫਤ ਸਲਾਹ ਕਰਦੇ ਨੇ, ਜਿਹੜੇ ਉਹਦੇ ਦਰਸ਼ਨਾਂ ਦੇ ਅਭਲਾਖੀ ਨੇ, ਜਿਹੜੇ ਉਹਦੇ ਦਰਸ਼ਨਾਂ ਦੇ ਮੁਤਲੈਸ਼ੀ ਨੇ, ਜਿਹੜੇ ਦਿਨ ਰਾਤ ਇਸ ਪਾਸੇ ਤੁਰੇ ਹੋਏ ਨੇ, ਉਹ ਉਹਦੇ ਆਪਣੇ ਨੇ। ਬਾਕੀ ਆਪਣੇ ਨਹੀਂ ਹੈ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ, ਆਪਣ ਲੀਆ ਜੇ ਮਿਲੇ ਵਿਛੜ ਕਿਉ ਰੋਵਨ। ਜੇ ਆਪਾਂ ਆਪਣੀ ਤਾਕਤ, ਸ਼ਕਤੀ, ਪੈਸੇ ਨਾਲ, ਅਕਲ ਨਾਲ ਰੱਬ ਨੂੰ ਮਿਲ ਸਕਦੇ ਹੁੰਦੇ ਤਾਂ 84 ਲੱਖ ਜੂਨਾਂ ਵਿਛੜ ਕੇ ਰੋਂਦੀਆਂ ਨਾ। ਨਹੀਂ, ਤੂੰ ਨਹੀਂ ਮਿਲ ਸਕਦਾ। ਉਹ ਮਿਲਾਏਗਾ ਤੇ ਮਿਲੇਗਾ। ਤੇਰੇ ਵੱਸ ਵਿੱਚ ਨਹੀਂ ਕਿ ਤੂੰ ਜਾ ਕੇ ਰੱਬ ਨੂੰ ਮਿਲ ਲਵੇਂ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ। ਹਾਂ, ਰੱਬ ਦੇ ਪਿਆਰਿਆਂ ਦੀ ਸੰਗਤ ਇੱਕ ਐਸੀ ਜਗ੍ਹਾ ਹੈ ਜਿੱਥੇ ਉਸ ਵਾਹਿਗੁਰੂ ਦੇ ਪਿਆਰ ਨੂੰ, ਬਖਸ਼ਿਸ਼ਾਂ ਨੂੰ, ਆਨੰਦ ਨੂੰ ਮਾਣਿਆ ਜਾ ਸਕਦਾ ਹੈ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੇ ਭਾਗ ਮਥਨ। ਇਹ ਜੇਠ ਦਾ ਮਹੀਨਾ ਉਹਨਾਂ ਦੇ ਵਾਸਤੇ ਰੰਗਲਾ ਹੈ, ਖੁਸ਼ੀਆਂ ਵਾਲਾ ਹੈ, ਬਖਸ਼ਿਸ਼ਾਂ ਵਾਲਾ ਹੈ, ਜਿਨ੍ਹਾਂ 'ਤੇ ਉਸ ਮਾਲਕ ਦੀ ਕਿਰਪਾ ਹੈ। ਇਸ ਕਰਕੇ ਇਹ ਯਤਨ ਕਰੀਏ ਕਿ ਉਹਦੀ ਕਿਰਪਾ ਦੇ ਪਾਤਰ ਕਿਵੇਂ ਬਣਨਾ। ਸਵਾਲ ਇਹ ਨਹੀਂ ਕਿ ਮੈਨੂੰ ਆਹ ਚੀਜ਼ ਕਿਵੇਂ ਮਿਲਦੀ, ਆਹ ਕਿਵੇਂ ਮਿਲਦੀ ਹੈ। ਆਪਾਂ ਇਹ ਪੁੱਛੀਏ ਵੀ ਵਾਹਿਗੁਰੂ ਜੀ ਤੁਹਾਡਾ ਪਿਆਰ ਕਿਵੇਂ ਮਿਲਦਾ ਹੈ, ਤੁਹਾਡੀ ਨਿਕਟਤਾ ਕਿਵੇਂ ਮਿਲਦੀ ਹੈ, ਤੁਹਾਡੀ ਸੇਵਾ ਕਿਵੇਂ ਮਿਲਦੀ ਹੈ, ਤੁਹਾਡੀ ਸੰਗਤ ਵਿੱਚ ਥਾਂ ਕਿਵੇਂ ਮਿਲਦੀ ਹੈ, ਤੁਹਾਡੇ ਕੋਲ ਬੈਠਣ ਦਾ ਮੌਕਾ ਕਿਵੇਂ ਮਿਲ ਸਕਦਾ ਹੈ। ਜਿਨ੍ਹਾਂ ਨੂੰ ਇਹ ਦਾਤ ਮਿਲ ਗਈ ਹੈ ਉਹਨਾਂ ਲਈ ਇਹ ਮਹੀਨਾ ਸੁਹਾਵਣਾ ਹੈ। ਇੰਨੇ ਸ਼ਬਦ ਪ੍ਰਵਾਨ ਕਰਨਾ। ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ।